ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾ। ਸੋ ਕੱਲ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਸੀ ਕਿ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ। ਇਹ ਸੰਤਾਂ ਦੀ ਅਵਸਥਾ ਦੱਸੀ ਸੀ ਕਿ ਮਹਾਂਪੁਰਖ ਬੇਪਰਵਾਹ ਰਹਿੰਦੇ ਹਨ। ਇਹ ਬਚਨ ਸਰਵਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ, ਆਪ ਜੀ ਨੇ ਸੰਤ ਜਨਾਂ ਦੀ ਬੇਪਰਵਾਹੀ ਤਾਂ ਦੱਸ ਦਿੱਤੀ ਹੈ। ਹੁਣ ਆਪ ਜੀ ਕਿਰਪਾ ਕਰਕੇ ਦੱਸੋ ਕਿ ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਤਾਂ ਸੁਣ ਕੇ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਪਿਆਰ ਦੇ ਨਾਲ ਸੁਣੋ ਜੀ। ਬਿਸਰਤਾ ਸਦਾ ਖੁਆਰੀ। ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਉਚਾਰਦੇ ਨੇ ਕਿ ਹੇ ਭਾਈ, ਹਰੀ ਪਰਮੇਸ਼ਰ ਅਕਾਲ ਪੁਰਖ ਨੂੰ ਭੁੱਲ ਜਾਣ ਵਾਲੇ ਜੀਵਾਂ ਦੀ ਹਮੇਸ਼ਾ ਹੀ ਲੋਕ ਪਰਲੋਕ ਦੇ ਵਿੱਚ ਖਰਾਬੀ ਹੁੰਦੀ ਹੈ। ਇਸੇ ਪ੍ਰਕਾਰ ਸਦਾ ਖੁਆਰੀ। ਹਰ ਤਰ੍ਹਾਂ ਦੇ ਵਿਸ਼ਿਆਂ ਦੇ ਵਿੱਚ ਪ੍ਰੀਤੀ ਕਰਨ ਵਾਲੇ ਪੁਰਖਾਂ ਦੀ ਸਦਾ ਹੀ ਲੋਕ ਅਤੇ ਪਰਲੋਕ ਦੇ ਵਿੱਚ ਬੇਇੱਜ਼ਤੀ ਹੁੰਦੀ ਹੈ। ਹਮੇਸ਼ਾ ਉਹ ਜੂਨਾਂ ਦੇ ਵਿੱਚ ਖੇ ਖਰਾਬ ਹੁੰਦੇ ਹਨ। ਸੋ ਭਗਤਾਂ ਦਾ ਬਾਣੀ ਵਿੱਚ ਬਚਨ ਹੈ, ਸੂਕਰ ਕੂਕਰ ਜੋਨ ਭ੍ਰਮੇ, ਤਉ ਲਾਜ ਨ ਆਈ। ਹੇ ਭਾਈ, ਸੂਰ ਅਤੇ ਕੁੱਤੇ ਆਦਿਕ ਦੀਆਂ ਜੂਨਾਂ ਦੇ ਵਿੱਚ ਜਦ ਤੁਸੀਂ ਭਟਕਦੇ ਸੀ ਕਿ ਉਦੋਂ ਤੁਹਾਨੂੰ ਸ਼ਰਮ ਨਹੀਂ ਆਈ। ਭਾਵ ਹੁਣ ਜੇ ਤੁਹਾਨੂੰ ਕਹੀਏ ਕਿ ਤੁਸੀਂ ਗੁਰੂ ਘਰ ਆਓ, ਜੇ ਕਹੀਏ ਕਿ ਕਥਾ ਸੁਣੋ, ਕੀਰਤਨ ਸੁਣੋ, ਗੁਰੂ ਜੀ ਮਹਾਰਾਜ ਜੀ ਦੀ ਸੇਵਾ ਕਰੋ, ਤਾਂ ਚੰਗੇ ਪਾਸੇ ਆਉਣ ਲੱਗਿਆ ਤੁਸੀਂ ਕਹਿੰਦੇ ਹੋ ਕਿ ਸਾਨੂੰ ਸ਼ਰਮ ਆਉਂਦੀ ਹੈ। ਜਦ ਕੁੱਤੇ ਬਿੱਲੇ ਬਣੇ, ਸੱਪ ਠੂਹੇ ਬਣੇ, ਕਿ ਉਦੋਂ ਸ਼ਰਮ ਨਾ ਆਈ। ਸੋ ਇਸ ਲਈ ਚੰਗੇ ਪਾਸੇ ਕਾਹਦੀ ਸ਼ਰਮ ਹੈ। ਸੰਸਾਰ ਦਾ ਕੋਈ ਵੀ ਬੰਦਾ ਆਪਣੇ ਕੰਮ ਨੂੰ ਰੋਕਦਾ ਨਹੀਂ ਹੈ, ਭਾਵੇਂ ਉਹਦਾ ਮਾੜਾ ਹੈ ਤੇ ਭਾਵੇਂ ਚੰਗਾ ਹੈ। ਆ ਵੇਖੋ, ਜਿਹੜੇ ਕੂੜਾ ਸੁੱਟਣ ਵਾਲੇ ਸੇਵਾਦਾਰ ਹਨ, ਸਫਾਈ ਸੇਵਕ ਨੇ, ਦੁਨੀਆ ਜਿੰਨਾ ਮਰਜ਼ੀ ਉਹਨਾਂ ਨੂੰ ਮਾੜਾ ਗਿਣੇ, ਪਰ ਉਹਨਾਂ ਦੀ ਕਿਰਤ ਹੈ, ਉਹਨਾਂ ਦਾ ਕਾਰੋਬਾਰ ਹੈ। ਤੇ ਇਸ ਵਾਸਤੇ ਆ ਵਿਚਾਰੇ ਸੜਕਾਂ ਦੇ ਲੁੱਕ ਪਾਉਣ ਵਾਲੇ ਮਾਈਆਂ ਬੀਬੀਆਂ, ਪਤਾ ਨਹੀਂ ਕਿਹੜੇ ਰਾਜਸਥਾਨ ਦੀਆਂ, ਬੰਗਲਾ ਬਿਹਾਰ ਦੀਆਂ, ਉਹ ਵਿਚਾਰੀਆਂ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਸਿਖਰ ਦੁਪਹਿਰੇ ਝਾੜੂ ਫੇਰਦੀਆਂ ਹੁੰਦੀਆਂ ਜਿੱਥੇ ਸੜਕ ਬਣਨੀ ਹੁੰਦੀ ਹੈ। ਕੰਮ ਕੋਈ ਵੀ ਮਾੜਾ ਨਹੀਂ ਹੈ। ਤੋ ਜਿਹੜਾ ਗੁਰਦੁਆਰੇ ਦਾ ਕੰਮ ਹੈ, ਦੁਨੀਆ ਭਲਾ ਇਹਨੂੰ ਕਿਉਂ ਮਾੜਾ ਗਿਣਦੀ ਹੈ? ਮੈਂ ਤਾਂ ਹੈਰਾਨ ਹਾਂ ਲੋਕਾਂ ਦੇ, ਜਿਹਦੇ ਤੋਂ ਬਗੈਰ ਮਹਾਰਾਜ ਕਹਿੰਦੇ ਜਿੱਤ ਵਿਸਰੈ ਇੱਕ ਨਿਮਖ ਨਾ ਸਰੈ। ਜਿਸ ਵਕਤ ਦੇ ਲੜਨ ਨੂੰ ਇੱਕ ਨਿਮਖ ਮਾਤਰ ਵੀ ਨਹੀਂ ਸਰਦਾ, ਉਹਨੂੰ ਦੁਨੀਆ ਮਖੌਲ ਮੰਨਦੀ ਹੈ।
ਉਹਦਾ ਹਾਸਾ ਬਣਾਇਆ ਹੋਇਆ ਹੈ। ਉਹਦਾ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ। ਜਿਹੜਾ ਕਰਨ ਲੱਗ ਪਏ ਉਹਨੂੰ ਕਹਿੰਦੇ ਵੀ ਇਹ ਤਾਂ ਬੰਦਾ ਹੀ ਨਹੀਂ ਹੈ, ਇਹ ਤਾਂ ਮੰਗ ਕੇ ਖਾਣ ਵਾਲੀ ਜਾਤ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਸਮਾਜ ਦੀ ਕਲਯੁਗੀ ਰੀਤੀ ਹੈ। ਸੋ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਗਿਣਦੇ ਨੇ। ਜਿਹੜਾ ਇੱਕ ਨੰਬਰ ਦਾ ਸੋ ਬੁਰਾ ਬੰਦਾ ਹੋਊਗਾ, ਚੋਰੀ ਯਾਰੀ ਆਦਿ ਕੋਈ ਕਰਮ ਨਹੀਂ ਤਿਆਗੇਗਾ, ਉਹਨੂੰ ਤਾਂ ਕਹਿਣਗੇ ਵੀ ਇਹ ਤਾਂ ਸਾਡਾ ਮੁਖੀਆ ਹੈ, ਇਹ ਤਾਂ ਸਾਡਾ ਮੋਹਤਬਾਰ ਹੈ। ਤੇ ਪਰ ਜਿਹੜਾ ਨਾਮ ਜਪਣ ਵਾਲਾ ਹੋਊਗਾ ਕਹਿਣਗੇ ਵੀ ਇਹ ਤਾਂ ਕੁਛ ਵੀ ਨਹੀਂ ਹੈ। ਇਹ ਸਾਡੇ ਮਨ ਦਾ ਸੁਭਾਅ ਹੈ, ਉਲਟੀ ਰੀਤੀ ਹੈ। ਵਿਸ਼ਿਆਂ ਦੇ ਵਿੱਚ ਪ੍ਰੀਤੀ ਕਰਨ ਵਾਲੇ ਪੁਰਖ ਇੱਥੇ ਤਾਂ ਇਉਂ ਜਾਪਦਾ ਵੀ ਜਿਸ ਤਰ੍ਹਾਂ ਬੜੇ ਖੁਸ਼ ਹਨ, ਪਰ ਉਹਨਾਂ ਦੀ ਜੋ ਬੇਇੱਜ਼ਤੀ, ਜੋ ਖੇਹ ਖਰਾਬੀ ਲੋਕ ਪਰਲੋਕ ਦੇ ਵਿੱਚ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗ, ਕਈ ਜਨਮ ਗਜ ਮੀਨ ਕੁਰੰਗ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਭਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਉ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਇਹ ਭਾਈ ਹਰੀ ਪਰਮਾਤਮਾ ਦੇ ਨਾਮ ਨੂੰ ਭੁਲਾਉਣ ਵਾਲੇ ਜੀਵਾਂ ਦੀ ਹਮੇਸ਼ਾ ਹੀ ਖੇਹ ਖਰਾਬੀ ਹੁੰਦੀ ਹੈ, ਕੋਈ ਇੱਜ਼ਤ ਨਹੀਂ ਹੁੰਦੀ ਹੈ। ਤੋ ਮਹਾਰਾਜ ਦੇ ਨਾਮ ਨੂੰ ਕਿਉਂ ਭੁਲਾਈਏ? ਪਾਤਸ਼ਾਹ ਜੀ ਦਾ ਬਚਨ ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੈ। ਉਹ ਰੀਤੀ ਨੂੰ ਤੀਲੀ ਲਾ ਕੇ ਕਹਿੰਦੇ ਸਾੜ ਸੁੱਟੋ। ਜਿਸ ਕੰਮ ਦੇ ਵਿੱਚ, ਜਿਸ ਰੀਤੀ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਏ, ਉਹੀ ਪ੍ਰੀਤੀ ਚੰਗੀ ਹੈ ਕਿ ਜਿਸ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸਾਨੂੰ ਚੇਤੇ ਆਵੇ। ਤਾਕੋ ਦੁਖ ਕਾਂਦੇ ਆਪੈ, ਹੇ ਪਰਮੇਸ਼ਰ, ਜਿਨ੍ਹਾਂ ਗੁਰਮੁਖ ਜਨਾਂ ਨੂੰ ਜਾ ਕਾ ਓਟ ਤੁਹਾਰੀ, ਤੁਹਾਡੀ ਟੇਕ ਹੈ, ਤੁਹਾਡੀ ਓਟ ਹੈ, ਉਹਨਾਂ ਗੁਰਮੁਖਾਂ ਦੇ ਲੱਛਣ ਦੱਸਦੇ ਨੇ ਕਿ ਉਹਨਾਂ ਨੂੰ ਵਿਪਰਜਾਤਕ ਧੋਖਾ ਸੰਸਾਰ ਕਿਵੇਂ ਲੱਗ ਸਕਦਾ ਹੈ, ਭਾਵ ਨਹੀਂ ਵਿਆਪ ਸਕਦਾ। ਉਹਨਾਂ ਨਾਲ ਕੋਈ ਛਲ ਕੀ ਕਰ ਸਕਦਾ, ਭਾਵ ਨਹੀਂ ਕਰ ਸਕਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਸਿਮਰਨ ਜੋ ਜੀਵਨ ਬਲਨਾ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾ ਜਿਹੜਾ ਜੀਵਨ ਦਾ, ਮਨੁੱਖਾ ਜੀਵਨ ਦਾ ਬਿਤਾਉਣਾ, ਗੁਜ਼ਾਰਨਾ ਹੈ, ਜਾਂ ਇਸੇ ਪ੍ਰਕਾਰ ਸਿਮਰਨ ਜੋ ਜੀਵਨ ਬਲਨਾ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾ ਜੋ ਜੀਵਨ ਦਾ ਪਦਾਰਥਾਂ ਦੇ ਵਰਤੋਂ ਕਰਨ ਵਿੱਚ, ਭੋਗਣ ਦੇ ਵਿੱਚ ਜੀਵਨ ਗੁਜ਼ਾਰਨਾ ਹੈ, ਇਸੇ ਪ੍ਰਕਾਰ ਸਿਮਰਨ ਜੋ ਜੀਵਨ ਬਲਨਾ। ਸਿਮਰਨ ਤੋਂ ਬਗੈਰ ਜੋ ਜੀਵਨ ਰੂਪੀ ਬਲੇਵਾ ਭਾਵ ਪਦਾਰਥ ਹੈ,
ਜਾਂ ਸਿਮਰਨ ਤੋਂ ਬਗੈਰ ਮਨਮੁਖ ਜੀਵਨ ਦਾ ਜੋ ਜੀਵਨ ਹੈ। ਸਰਪ ਜੈਸੇ ਅਰ ਜਾਰੇ, ਉਸ ਨੂੰ ਵਿਸ਼ਿਆਂ ਰੂਪੀ ਜ਼ਹਿਰ ਵਿੱਚ ਪਾ ਕੇ ਕਾਮ ਰੂਪ ਮਧਾਣੀ ਰੜਕਦੀ ਰਹਿੰਦੀ ਹੈ। ਲੋਚਨ ਸ਼ਰਮ ਹੈ ਬੁੱਧ ਬਲ ਨਾਠੀ, ਤਾਂ ਕਾਮ ਪਵ ਸਮਾਧਾਣੀ। ਜਿਵੇਂ ਲੱਕੜਾਂ ਚੁੱਲ੍ਹੇ ਦੇ ਵਿੱਚ ਸੜਦੀਆਂ ਨੇ, ਤਿਵੇਂ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਉਹਨਾਂ ਜੀਵਾਂ ਦਾ ਤਨ ਤੇ ਮਨ ਸੜਦਾ ਰਹਿੰਦਾ ਹੈ। ਉਹ ਤਾਂ ਇਸ ਤਰ੍ਹਾਂ ਹਨ, ਜਿਸ ਪ੍ਰਕਾਰ ਸੱਪ ਦੀ ਉਮਰ ਗੁਜ਼ਰਦੀ ਹੈ, ਜਾਂ ਜਿਸ ਪ੍ਰਕਾਰ ਅਜਗਰ ਸੱਪ ਦੀ ਆਪਣੀ ਉਮਰ ਹੀ ਦੁੱਖ ਦਾ ਕਾਰਨ ਬਣੀ ਹੋਈ ਹੈ। ਕਿਉਂਕਿ ਜਿਉਂ-ਜਿਉਂ ਉਸ ਦੀ ਉਮਰ ਲੰਮੀ ਹੁੰਦੀ ਹੈ, ਤਿਉਂ-ਤਿਉਂ ਉਹਦੇ ਵਿੱਚ ਜ਼ਹਿਰ ਵੱਧਦੀ ਜਾਂਦੀ ਹੈ। ਇਉਂ ਜਿਵੇਂ-ਜਿਵੇਂ ਉਮਰ ਵੱਡੀ ਹੁੰਦੀ ਹੈ, ਤਿਵੇਂ-ਤਿਵੇਂ ਮੱਤ ਗਿੱਟਿਆਂ ਵਿੱਚ ਆਈ ਜਾਂਦੀ ਹੈ ਅਤੇ ਵਿਸ਼ੇ ਵਿਕਾਰਾਂ ਦੀ ਪ੍ਰਬਲਤਾ ਹੁੰਦੀ ਜਾਂਦੀ ਹੈ। ਜੇ ਮਰਨ ਦੇ ਸਿੜੀ 'ਤੇ ਵੀ ਪਿਆ ਹੋਏ, ਉਹਦੇ ਕੰਨ 'ਚ ਆ ਕੇ ਬਾਬਾ ਛੁਹਾਰਾ ਆਇਆ, ਉਹ ਵੀ ਉੱਠ ਕੇ ਬਹਿ ਮਰਦਾ ਵੀ। ਇਹਨਾਂ ਲੋਕਾਂ ਨੂੰ ਪ੍ਰਬਲ ਇੱਛਾ ਹੈ ਅਤੇ ਉਂਝ ਨਿੰਦਿਆ ਕਰਦੇ ਨੇ ਗ੍ਰਸਤੀਆਂ ਦੀ, ਅਤੇ ਆਪਦੇ ਮਨ ਦੇ ਵਿੱਚ ਵਿਸ਼ਿਆਂ ਦੀ ਜ਼ਹਿਰ ਵਧੀ ਹੋਈ ਹੈ। ਇਸ ਤਰ੍ਹਾਂ ਦਾ ਕਲਯੁਗੀ ਸੁਭਾਵ ਹੈ। ਜਿਸ ਤਰ੍ਹਾਂ ਸੋ ਸੱਪ ਦੀ ਉਮਰ ਗੁਜ਼ਰਦੀ ਹੈ, ਜ਼ਹਿਰ ਵੱਧਦੀ ਹੈ, ਇਵੇਂ ਮਨਮੁਖ ਜੀਵਨ ਦੀ ਉਮਰ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਤ੍ਰਿਸ਼ਨਾ, ਈਰਖਾ ਆਦਿ ਦੀ ਜ਼ਹਿਰ ਵੱਧਦੀ ਜਾਂਦੀ ਹੈ। ਸੱਪ ਵਾਂਗ ਦੁਖੀ ਹੁੰਦੇ ਰਹਿੰਦੇ ਨੇ। ਉਹਨੂੰ ਢਿੱਡ ਪਰਨੇ ਤੁਰਨਾ ਪੈਂਦਾ ਹੈ, ਢਿੱਡ ਘਸਾ ਢਿੱਡ ਘੜੀਸ ਕੇ ਤੁਰਨਾ ਪੈਂਦਾ ਹੈ। ਇਹ ਉਹਨਾਂ ਦੀ ਲੰਮੀ ਉਮਰ ਨਿਸਫਲ ਹੈ। ਬੇਨ ਸਿਮਰਨ ਜੈਸੇ ਸਰਪ ਆਰ ਜਾਰੀ, ਸਿਮਰਨ ਤੋਂ ਬਿਨਾਂ ਜਿਵੇਂ ਸੱਪਾਂ ਦੀ ਉਮਰ ਫਜ਼ੂਲ ਹੁੰਦੀ ਹੈ, ਇੰਝ ਮਨਮੁਖ ਦੀ ਉਮਰ ਬਿਲਕੁਲ ਵਿਅਰਥ ਹੈ। ਬੇਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜੀਵੈ ਸਾਖਤ ਨਾਮ ਵਿਸਾਰੀ। ਬਿਨ ਸਿਮਰਨ ਕੋਟ ਬਰਖ ਜੀਵੈ, ਸਗਲੀ ਔਧ ਬਿਰਥਾਨੰਦ। ਸਿਮਰਨ ਤੋਂ ਬਿਨਾਂ ਭਾਵੇਂ ਕਰੋੜਾਂ ਸਾਲ ਵੀ ਕਿਉਂ ਨਾ ਜਿਉਂਦਾ ਰਵੇ, ਸਾਰੀ ਉਮਰ ਉਹਨਾਂ ਦੀ ਵਿਅਰਥ ਹੈ। ਜਿਵੇਂ 3 ਪ੍ਰਕਾਰ ਦੇ ਮਣੀ ਵਾਲੇ ਸੱਪ ਹੁੰਦੇ ਨੇ, 3 ਪ੍ਰਕਾਰ ਦੇ। ਇੱਕ ਮਣੀ ਵਾਲਾ ਸੱਪ ਤਾਂ ਪੁੰਨਿਆਂ ਦੀ ਰਾਤ ਨੂੰ ਮਣੀ ਵੱਢ ਕੇ ਸਾਫ਼ ਜਗ੍ਹਾ ਮੈਦਾਨ ਦੇ ਵਿੱਚ ਬੈਠਦਾ ਹੈ, ਜਿਸ ਨੂੰ ਚੰਦਰਕਾਂਤ ਮਣੀ ਕਹਿੰਦੇ ਨੇ। ਚੰਦਰਕਾਂਤ ਜੇ ਮਣੀ ਚੰਦਰਮਾ ਦੇ ਸਾਹਮਣੇ ਟਿਕਦੀ ਹੈ ਤਾਂ ਚੰਦਰਮਾ ਦੀਆਂ ਕਿਰਨਾਂ ਪੈਣ ਕਰਕੇ ਉਸ ਮਣੀ ਦੇ ਵਿੱਚੋਂ ਰਸ ਨਿਕਲਦਾ ਹੈ, ਜਿਸ ਨੂੰ ਚੱਕ ਕੇ 7 ਮਹੀਨੇ ਤੱਕ ਆਪਣੀ ਜ਼ਹਿਰ ਤੋਂ ਸ਼ਾਂਤੀ ਪਾ ਲੈਂਦਾ ਹੈ, ਅਤੇ ਦੁਬਾਰਾ ਫਿਰ ਪੁੰਨਿਆਂ ਦੀ ਰਾਤ ਨੂੰ ਮਣੀ ਕੱਢ ਕੇ ਜ਼ਹਿਰ ਤੋਂ ਸ਼ਾਂਤੀ ਪਾਉਂਦਾ ਹੈ। ਇੱਕ ਮਣੀ ਵਾਲਾ ਸੱਪ ਦੂਜੀ ਕਿਸਮ ਦਾ ਹੈ। ਉਹ ਮਣੀ ਬਾਹਰ ਮਿੱਟੀ 'ਤੇ ਕੱਢ ਕੇ ਫੁੰਕਾਰੇ ਮਾਰਦਾ ਕਿ ਮੇਰੇ ਵਰਗਾ ਕੌਣ ਹੈ, ਮੈਂ ਤਾਂ ਮਣੀ ਵਾਲਾ ਸੱਪ ਹਾਂ, ਮਣੀ ਵਾਲਾ। ਪਰੰਤੂ ਜੇ ਉਹਦੇ ਪਾਸਿਆਂ ਨਾਲ ਹੀ ਮਣੀ ਮਿੱਟੀ 'ਚ ਲੁਕ ਜਾਏ ਤਾਂ ਕੇ ਮਰ ਜਾਂਦਾ, ਮਣੀ ਲੱਭਦੀ ਨਹੀਂ ਹੈ। ਮਣੀ ਵਾਲਾ ਸੱਪ ਤੀਜੀ ਕਿਸਮ ਦਾ ਹੈ। ਉਹ ਮੱਸਿਆ ਦੀ ਰਾਤ ਨੂੰ ਆਪਣੀ ਮਣੀ ਕੱਢ ਕੇ ਬਾਹਰ ਰੱਖ ਦਿੰਦਾ। ਉਸ ਮਣੀ ਦੇ ਹਨੇਰੇ ਵਿੱਚ ਚਮਕ ਵੇਖ ਕੇ ਕੁਝ ਕੀੜੇ ਉਹਦੇ ਦੁਆਲੇ ਆ ਜਾਂਦੇ ਨੇ, ਅਤੇ ਉਹ ਸੱਪ ਕੀੜੇ ਮਕੌੜੇ ਕੇ ਗੁਜ਼ਾਰਾ ਕਰਦਾ, ਰਸ ਨਹੀਂ ਚੱਟਦਾ। ਕਹਿੰਦੇ ਸੋਮਵਾਰ ਸੱਸ ਅੰਮ੍ਰਿਤ ਚਰੈ, ਸੋਮਵਾਰ ਦੀ ਰਾਤ ਨੂੰ
ਜਾਂ ਪੁੰਨਿਆ ਦੂਜ ਆਦਿਕ ਦੀ ਰਾਤ ਨੂੰ ਜਨਮਾ ਹੁੰਦਾ, ਉਹਦੀਆਂ ਕਿਰਨਾਂ ਤੋਂ ਜਿਹੜਾ ਰਸ ਝਰਦਾ ਹੈ ਉਹਨੂੰ ਨਹੀਂ ਚੱਟਦਾ, ਕੀੜੇ ਖਾਂਦਾ ਹੈ। ਪਰ ਜਿਹੜਾ ਇੱਕ ਨੰਬਰ ਦਾ ਸੱਪ ਹੈ ਉਹ ਚਾਖਤ ਬੇ ਅਗਲ ਬਿਖ ਹਰੈ, ਚੱਖ ਕੇ ਉਸ ਅੰਮ੍ਰਿਤ ਰਸ ਨੂੰ 1 ਮਹੀਨੇ ਦੀ ਜ਼ਹਿਰ ਮੇਟ ਲੈਂਦਾ। ਇਸੇ ਤਰ੍ਹਾਂ ਜੀਵ ਵੀ 3 ਪ੍ਰਕਾਰ ਦੇ ਮਣੀਆਂ ਵਾਲੇ ਸੱਪ ਦੀ ਤਰ੍ਹਾਂ ਨੇ। ਇੱਕ ਤਾਂ ਸ੍ਰੇਸ਼ਟ ਮਹਾਂਪੁਰਖ ਨੇ, ਉਹ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਕੱਢਣ ਵਾਲੇ ਸੱਪ ਦੀ ਤਰ੍ਹਾਂ ਜਦ ਵਿਦਿਆ ਮਣੀ ਦੇ ਸਾਹਮਣੇ ਟਿਕਦੀ ਹੈ ਤਾਂ ਚੰਦਰਮਾ ਦੀਆਂ ਕਿਰਨਾਂ ਪੈਣ ਕਰਕੇ ਉਸ ਬ੍ਰਹਮ ਵਿਦਿਆ ਰੂਪੀ ਮਣੀ ਦੇ ਵਿੱਚੋਂ ਆਨੰਦ ਰੂਪੀ ਰਸ ਨਿਕਲਦਾ ਹੈ, ਜਿਸ ਨੂੰ ਚੱਟ ਕੇ ਆਪਣੀ ਵਿਸ਼ਿਆਂ ਰੂਪ ਵਾਸ਼ਨਾ ਦੀ ਜ਼ਹਿਰ ਨੂੰ ਮੇਟ ਕੇ ਆਤਮਿਕ ਸ਼ਾਂਤੀ ਪਾ ਲੈਂਦਾ ਹੈ। ਦੂਜਾ ਜੀਵ ਕੇਵਲ ਪੜ੍ਹਨ ਰੂਪ ਆਪਣੀ ਬ੍ਰਹਮ ਵਿਦਿਆ ਰੂਪ ਮਣੀ ਨੂੰ ਲੋਕਾਂ ਦੇ ਨਾਲ ਵਿਵਾਦ ਤੇ ਵਾਦ ਕਰਨ ਦੇ ਰੂਪ ਬਾਹਰ ਕੱਢ ਕੇ ਹੰਕਾਰ ਰੂਪ ਫੁੰਕਾਰੇ ਮਾਰਦਾ ਕਿ ਮੇਰੇ ਵਰਗਾ ਕੌਣ ਵਿਦਵਾਨ। ਫੇਸਬੁੱਕ ਦੇ ਜ਼ਿਆਦਾ ਗਿਆਨੀ ਨੇ ਨਿੱਕੀ ਜੀ ਗੱਲ ਦਾ ਏਡਾ ਵੱਡਾ ਫਤੂਰ ਬਣਾ ਕੇ ਦੁਨੀਆ ਛੱਡ ਦੇ, ਏਡਾ ਵੱਡਾ ਪਹਾੜ ਬਣਾ ਕੇ ਛੱਡ ਦਿੰਦੇ ਨੇ। ਮੂਵੀਆਂ ਬਣਾਉਣ ਲੱਗੀਆਂ ਤਾਂ ਢੇਰਾਂ ਦੇ ਢੇਰ ਗ੍ਰੰਥ ਪ੍ਰਕਾਸ਼ ਕਰਕੇ ਲੋਕਾਂ ਨੂੰ ਸਮਝਾਉਣਾ ਥੱਕਣਾ ਨਹੀਂ। ਪਰ ਜੇ ਉਹਨਾਂ ਤੋਂ ਪੁੱਛੋ ਵੀ ਅਭਿਆਸ ਕਿੰਨਾ ਹੈ ਤਾਂ ਮੇਰੇ ਵਾਂਗ 12-12 ਵਜੇ ਤੱਕ ਸੁੱਤੇ ਹੀ ਰਹਿਣਾ, ਉੱਠਣਾ ਹੀ ਨਹੀਂ। ਜੋ ਗੁਰੂ ਸਾਹਿਬ ਦਾ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕੋਈ ਭਾਗਾਂ ਵਾਲੀ ਰੂਹ ਹੋਏਗੀ ਜੋ ਦਿਨ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੀ ਹੋਊਗੀ। ਆਮ ਸੰਗਤ ਗੁੜ ਕੇ ਫੜ ਕੇ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ, ਨਾਲ ਸੇਵਾ ਕਰਦੇ, ਦਿਨੇ ਆਪਣੇ ਕਾਰੋਬਾਰ ਕਰਦੇ। ਅਤੇ ਜਿਹੜੇ ਮੇਰੇ ਵਰਗੇ ਚੁੰਝ ਗਿਆਨੀ ਫੇਸਬੁੱਕ ਦੇ ਯੂਟਿਊਬ ਦੇ ਗਿਆਨੀ ਉਹ ਮੂਵੀਆਂ ਬਣਾਉਣ 'ਚ ਝਗੜੇ ਪੈਦਾ ਕਰਨ 'ਚ ਕੋਈ ਕੋਸ਼ਾ ਛੱਡ ਦੇਣਾ ਜਿਹਦੇ ਤੋਂ ਉਹਨਾਂ ਨੂੰ ਵਿਊ ਮਿਲਣ, ਲੜਾਈ ਝਗੜੇ ਵਾਲੀ ਗੱਲ ਕੋਈ ਨਾ ਕੋਈ ਵਾਦ ਵਾਲੀ ਛੱਡੀ ਰੱਖਣੀ। ਇਹ ਹੰਕਾਰ ਹੈ, ਹੋਰ ਕੁਛ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤੀ ਸਿਖਾਈ ਹੈ। ਭਗਤੀ ਖਾਸ ਕਰ ਮਹਾਰਾਜ ਨੇ ਪੰਡਤਾਂ ਨੂੰ ਫੜਿਆ ਸੀ। ਪੰਡਤਾਂ ਨੂੰ ਇੱਕ ਬ੍ਰਹਮ ਦਾ ਕੋਟੜਾ ਨਾਮ ਦਾ ਪੰਡਤ ਬਹੁਤ ਹੰਕਾਰੀ ਪੁਰਸ਼ ਸੀਗਾ। ਸਤਿਗੁਰੂ ਜੀ ਨੇ ਉਹਨੂੰ ਮਾਇਆ ਦੇ ਪਾਸੋਂ ਜੁੱਤੀਆਂ ਪਵਾ ਕੇ ਉਹਦੀ ਅਕਲ ਟਿਕਾਣੇ ਲਿਆਂਦੀ ਅਤੇ ਮੁੜ ਕੇ ਉਹਨੂੰ ਉਪਦੇਸ਼ ਦਿੱਤਾ ਸੀ। ਸ਼ਲੋਕ ਮਹੱਲਾ ਪਹਿਲਾ। ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹੀਐ ਸਾ, ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀਐ ਖਾਦ, ਪੜ੍ਹੀਐ ਜੇਤੇ ਬਰਸ ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਅਰਜ, ਪੜ੍ਹੀਐ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਮੈਂ ਆਪਣੇ ਉਸਤਾਦ ਸੋਧੀ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਹੁਣ ਆਪਾਂ ਹਰਿਦੁਆਰ ਚੱਲੀਏ? ਕਹਿੰਦੇ ਕਾਹਤੋਂ? ਮੈਂ ਕਿਹਾ ਜੀ ਉੱਥੇ ਕਹਿੰਦੇ ਵਿਦਿਆ ਪੜ੍ਹਾਉਂਦੇ ਨੇ। ਕਹਿੰਦੇ ਗੁਰਦੁਆਰਾ ਮਾੜਾ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਦੇ ਵੀ ਬਚਨ ਭਾਈ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਸੰਗਤ ਦੇ ਵਿੱਚੋਂ ਜੋ ਕੁਛ ਮਿਲਦਾ ਉਹਨੂੰ ਲੱਭ ਲਓ। ਕਹਿੰਦੇ ਕਿ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਜੇ ਬਾਹਰ ਭਰਮ ਦੇ ਵਿੱਚ ਭਟਕ ਜਾਓਗੇ, ਇਸ ਲਈ ਇਸ ਘਰ ਮੈਂ ਹੈ ਸੋ ਤੋਂ ਢੂੰਡ ਖਾਹੇ। ਇਹੀ ਇੰਨੀ ਕੁ ਵਿਦਿਆ ਕਹਿੰਦੇ ਬਹੁਤ ਹੈ। ਆਪਾਂ ਕੋਈ ਕਲਾਕਾਰ ਬਣਨਾ, ਕਥਾ ਕੋਈ ਕਲਾਕਾਰੀ ਨਹੀਂ ਹੈ।
ਕਹਿੰਦੇ ਉਹਨਾਂ ਦੀ ਸਿੱਖਿਆ ਵੀ ਮਨ ਦੀ ਭਾਵਨਾ ਇਹ ਨਹੀਂ ਹੋਣੀ ਚਾਹੀਦੀ। ਕਈ ਪੇਸ਼ਕਾਰੀ ਕਰਕੇ ਪੁੱਛਣਗੇ ਵੀ ਵਧੀਆ ਹੋਇਆ। ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਯਕੀਨ ਹੀ ਨਹੀਂ ਹੈ। ਇਹ ਤਾਂ ਇੱਕ ਭਗਤੀ ਹੈ, ਇੱਕ ਪ੍ਰੇਮ ਦੀ ਖੇਡ ਹੈ। ਜਿੰਨੀ ਵੀ ਗੁਰਬਾਣੀ ਸਾਹਿਬਾਂ ਨੇ ਉਚਾਰੀ ਹੈ, ਇਹ ਕਾਲੀ ਦੇ ਰੂਪ 'ਚ ਨਹੀਂ ਉਚਾਰੀ ਹੈ, ਕੋਈ ਵਿਦਵਤਾ ਦੇ ਰੂਪ ਦੇ ਵਿੱਚ ਆਪ ਦਿਖਾਉਣ ਲਈ ਨਹੀਂ ਉਚਾਰੀ ਹੈ। ਇਹ ਕਲਯੁਗੀ ਜੀਆਂ ਦੇ ਭਲੇ ਵਾਸਤੇ ਉਚਾਰੀ ਹੈ। ਇਹ ਤਾਂ ਪ੍ਰੇਮ ਦੀ ਖੇਡ ਹੈ। ਇਹ ਪੜ੍ਹਨ ਤੋਂ ਜੇ ਮਨ 'ਚ ਵਿਰਾਗ ਨਹੀਂ ਆਇਆ, ਕਈ ਗੁਰਮੁਖ ਪਿਆਰੇ ਰਾਗੀ ਸਿੰਘ ਜਿਨ੍ਹਾਂ ਦੇ ਚਰਨਾਂ 'ਤੇ ਨਮਸਕਾਰ ਹੈ, ਉਹ ਪ੍ਰੋਗਰਾਮ ਮਰਗ ਦਾ ਕਰਦੇ ਹੋਣਗੇ, ਸ਼ਬਦ ਨਵੇਂ ਪਾਤਸ਼ਾਹ ਦੇ ਪੜ੍ਹਦੇ ਹੋਣਗੇ, ਟਿਊਨ ਲਾਈ ਹੋਏਗੀ ਮਾਨਕ ਦੀ ਜਾਂ ਹੋਰ ਨਾ ਕਲਾਕਾਰਾਂ ਦੀ। ਅਤੇ ਜਿਹੜੇ ਅੱਜ ਕੱਲ੍ਹ ਦੇ ਚੱਕਵੇਂ ਨੇ ਪੰਜਾਬੀ ਗਾਣਿਆਂ ਦੀ ਤਰਜ਼ 'ਤੇ, ਮਤਲਬ ਗੁਰਬਾਣੀ ਤਾਂ ਵੈਰਾਗ ਪੈਦਾ ਕਰਨ ਵਾਲੀ ਹੈ। ਇਹਦੀ ਟਿਊਨਿੰਗ ਕੋਈ ਸੁਰ ਦੀ ਵਿਵਸਥਾ ਬਣਾਉਣੀ ਚਾਹੀਦੀ ਹੈ ਜਿਹਨੂੰ ਸੁਣ ਕੇ ਮਨ 'ਚ ਵੈਰਾਗ ਆਏ। ਕਈ ਮੇਰੇ ਵਰਗੇ ਕਲਾਕਾਰ ਸੰਗਤ ਦੇ ਵਿੱਚ ਪ੍ਰਸਿੱਧੀ ਪਾਉਣ ਵਾਸਤੇ ਹਾਸੇ ਵਾਲੀ ਗੱਲ ਕਰਨਗੇ, ਕਥਾ ਕਰਦੇ ਕੋਈ ਚੁਟਕਲਾ ਸੁਣਾ ਦੇਣਗੇ। ਉਹਨਾਂ ਦੀ ਭਾਵਨਾ ਹੋਊਗੀ ਵੀ ਸਾਡੀ ਗੱਲ ਸੁਣ ਕੇ ਦੁਨੀਆ ਹੱਸੇ, ਅਤੇ ਸਾਰਿਆਂ ਦੇ ਕੰਨ ਖੜੇ ਹੋ ਜਾਣ। ਇਸ ਤਰ੍ਹਾਂ ਆਪਣਾ ਆਪ ਜਣਾਉਣ ਲਈ ਜਿਹੜਾ ਹੰਕਾਰ ਦੇ ਵਿੱਚ ਬੋਲਣਾ ਹੈ, ਵਾਦ-ਵਾਦ ਵਾਲੀ ਗੱਲਬਾਤ ਕਰਨੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਵਾਨ ਨਹੀਂ ਹੈ। ਜਿਹੜੇ ਸਹਿਸਕ੍ਰਿਤੀ ਦੇ ਸ਼ਲੋਕ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ, ਉਹਦੀ ਉਥਾਨਕਾ ਵੀ ਝਗੜੇ ਵਾਲੀ ਹੈ ਕਿ ਜਿਹੜਾ ਗੋਪਾਲ ਦੱਤ ਸੀਗਾ ਪੰਡਤ, ਇਹਨੇ ਮਹਾਰਾਜ ਨੂੰ ਘੇਰਾ ਪਾ ਲਿਆ। ਕਹਿਣ ਲੱਗਾ ਜੀ ਤੁਸੀਂ ਫਿਰ ਸਾਧ ਬਣੇ ਹੋਏ ਹੋ ਜੇ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਆਪਾਂ ਨੂੰ ਵਿਦਿਆ ਨਹੀਂ ਆਉਂਦੀ, ਆਪਾਂ ਨਹੀਂ ਪੜ੍ਹੇ ਹੋਏ, ਆਪਾਂ ਤਾਂ ਰੱਬ ਦਾ ਨਾਮ ਜਪਦੇ ਹਾਂ। ਤੂੰ ਵੀ ਮਾਲਾ ਫੜ, ਤੈਨੂੰ ਵੀ ਨਾਮ ਜਪਣਾ ਸਿਖਾਉਂਦੇ ਹਾਂ। ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਹਟੇ ਹੀ ਨਾ ਜੀ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੈਂ ਕੀ ਚਰਚਾ ਕਰਨੀ ਹੈ, ਕੁੱਤਾ ਤੇਰੇ ਨਾਲ ਚਰਚਾ ਕਰੂਗਾ। ਕਹਿੰਦੇ ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਉੱਠ ਕੇ ਇਹਨਾਂ ਨਾਲ ਚਰਚਾ ਕਰ। ਕਹਿਣ ਲੱਗਾ ਜੀ ਮੇਰਾ ਜਾਤ ਭਾਈ ਕਿਵੇਂ ਹੋਇਆ? ਉਹ ਤਾਜ਼ਾ ਹੀ ਕੁੱਤਾ ਮਰਿਆ ਪਿਆ ਸੀ, ਅਜੇ ਥੋੜ੍ਹਾ ਕੁ ਚਿਰ ਹੋਇਆ ਸੀ ਉਹਨੂੰ ਮਰੇ ਨੂੰ। ਮਾਰੇ ਕਹਿੰਦੇ ਆਪੇ ਦੱਸੂਗਾ। ਅਤੇ ਉਹਦੀ 'ਚੋਂ ਰੂਹ ਨਿਕਲੀ। ਉਹ ਕਹਿਣ ਲੱਗਾ ਵੀ ਮੈਂ ਤੇਰਾ ਦਾਦਾ ਦਾਦਾ, ਇਹ ਗੋਪਾਲ ਦੱਤ, ਮੈਂ ਬਿਸ਼ਨ ਦੱਤ ਹਾਂ, ਤੇਰਾ ਦਾਦਾ। ਮੈਂ ਵੀ ਇਸ ਤਰ੍ਹਾਂ ਦਾ ਝਗੜਾਲੂ ਸੀਗਾ। ਇੱਕ ਸੰਤਾਂ ਨੂੰ ਘੇਰ ਲਿਆ, ਜਿੱਥੇ ਬਹਿਣ ਉਹਨਾਂ ਦੇ ਮਗਰ ਜਾ ਕੇ ਉਹਨਾਂ ਨੂੰ ਸਤਾਉਣ ਲੱਗ ਪਿਆ। ਉਹਨਾਂ ਦੀਆਂ ਜੋ ਵੀ ਨਿਸ਼ਾਨੀਆਂ ਸੀ ਸਾਧੂਪਣੇ ਵਾਲੀਆਂ ਸਾਰੀਆਂ ਖੋਹ ਲਈਆਂ। ਕੋਈ ਪੋਥੀ ਸਾਹਿਬ ਉਹਨਾਂ ਕੋਲ ਪਕੜ ਲਈ ਅਤੇ ਬੁਰਾ ਭਲਾ ਗਿਆ। ਅਤੇ ਉਹ ਵਿਚਾਰੇ ਦੁਖੀ ਹੋ ਗਏ। ਕਹਿੰਦੇ ਤੂੰ ਸਾਨੂੰ ਟਿਕਣ ਹੀ ਨਹੀਂ ਦਿੰਦਾ, ਬੈਠਣ ਹੀ ਨਹੀਂ ਦਿੰਦਾ, ਕੀ ਕੁੱਤੇ ਵਾਂਗ ਟੌਂ ਟੌਂ ਲਾਈ ਹੋਈ ਹੈ, ਜਾਂ ਪਰਾਂ ਹੋ ਜਾ, ਸਾਨੂੰ ਭਜਨ ਕਰਨ ਦੇ। ਉਹਨਾਂ ਦੇ ਸ਼ਰਾਬ ਕਰਕੇ ਮੈਂ ਕੁੱਤਾ ਬਣਿਆ, ਅਤੇ ਇਹਨਾਂ ਨਾਲ ਤੁਸੀਂ ਆਡਾ ਨਾ ਲਾਓ। ਗੁਰਦੁਆਰੇ ਮੱਥਾ ਲਾਉਣ ਨਹੀਂ ਆਈਦਾ, ਮੱਥਾ ਟੇਕ ਕੇ ਬਖਸ਼ਿਸ਼ ਲਈਦੀ ਹੈ। ਇਹਨਾਂ ਦੇ ਚਰਨ ਫੜ ਲਓ। ਇਹਨਾਂ ਦੀ ਕਿਰਪਾ ਨਾਲ ਇਹਨਾਂ ਨੇ ਮੇਰੇ ਸਰੀਰ ਦੇ ਉੱਪਰ ਨਿਗਾਹ ਪਾਈ ਹੈ, ਅਤੇ ਹੁਣ ਮੈਂ ਪਰਲੋਕ ਸੱਚਖੰਡ ਚੱਲਿਆ। ਤੁਸੀਂ ਵੀ ਕਰੋ, ਤੁਹਾਡਾ ਵੀ ਭਲਾ ਹੋਵੇ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਹਿਸਕ੍ਰਿਤੀ ਸ਼ਲੋਕ ਦੇ 4 ਉਚਾਰਨ ਕੀਤੇ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਤਕ ਸੰਧਿਆ ਸਿਲ ਪੂਜ ਸੁਮਾ ਮੁਖ ਚੂਖਣ ਸਾਰੰਗ ਤ੍ਰੈਪਾ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮ ਕਰਮੰ ਸਗੜ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨ ਭਾਵੈ। ਏ ਗੋਪਾਲ ਦਤ ਨਿਹ ਫਲੰਗ ਜਨਮਸ ਤਦੋਂ ਤੱਕ ਤੁਹਾਡਾ ਨਿਸਫਲ ਹੈ ਜਾ ਹਮਨਾ ਬਿੰਦ ਜਦ ਤੱਕ ਤੁਸੀਂ ਬ੍ਰਹਮ ਨੂੰ ਨਹੀਂ ਜਾਣਦੇ ਝਗੜਿਆਂ ਵਿੱਚ ਪਏ ਹੋਏ ਹੋ। ਸੰਸਾਰ ਰਸ ਗੁਰ ਪ੍ਰਸਾਦੀ ਤਰ੍ਹਾਂ ਕੇ ਜਿਹੜਾ ਸੰਸਾਰ ਸਮੁੰਦਰ ਦੀ ਕਿਰਪਾ ਦੇ ਨਾਲ ਤਰਿਆ ਜਾ ਸਕਦਾ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਦਾ ਬ੍ਰਹਮਣ ਹੈ। ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦ ਸ਼ਬਦੰ ਪ੍ਰਾਕਿਰਤ ਹੈ। ਸਰਵ ਸ਼ਬਦੰ ਦਾ ਇੱਕ ਸੰਗ ਜੇ ਕੋਈ ਜਾਣਸ ਪੇ ਨਾਨਕ ਤਕ ਉਦਾਸ ਹੈ ਸੋਈ ਜਨ ਦੇਵ ਇਹ ਸੰਗ ਦਾ ਸਰਬ ਦੇਵਾ ਦੇਵ ਆਤਮ ਸ੍ਰੀ ਵਾਸੁਦੇਵਾ। ਸੋ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਸ਼ਲੋਕ ਉਚਾਰੇ ਤੇ ਉਹਨਾਂ ਨੂੰ ਸ਼ਾਂਤੀ ਬਖਸ਼ੇ। ਫਿਰ ਇਹਨਾਂ ਦੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਮੰਜੀ ਸਾਹਿਬ ਆਏ। ਪਹਿਲੇ ਪਾਤਸ਼ਾਹ ਦੇ 4 ਸ਼ਲੋਕ ਭੇਟਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸੋਂ ਉਪਦੇਸ਼ ਦੀ ਯਾਚਨਾ ਕੀਤੀ ਤਾਂ 7 ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੇ ਪਰਥਾਏ ਉਚਾਰੇ। ਇਹ ਸੱਪ ਵਰਗਾ ਸੁਭਾਅ ਫੁੰਕਾਰੇ ਮਾਰਨਾ ਵੀ ਤੈਨੂੰ ਮੈਂ ਭਸਮ ਕਰ ਦਿਆਂਗਾ, ਤੈਨੂੰ ਆ ਜਾਏ ਤੈਨੂੰ ਉਹ ਹੋ ਜਾਏ, ਤੂੰ ਮਾੜਾ ਮੈਂ ਚੰਗਾ, ਮੈਂ ਵਿਦਵਾਨ ਤੂੰ ਅਨਪੜ੍ਹ। ਇਹ ਕੋਈ ਗੁਰੂ ਘਰ ਦੀ ਮਰਜ਼ਾਦਾ ਨਹੀਂ ਹੈ। ਪਰ ਲੋਕ ਆਪਣੀ ਵਿਦਿਆ ਜਿਹੜੀ ਮਣੀ ਹੈ ਲੋਕਾਂ ਨਾਲ ਵਾਦ-ਵਾਦ ਕਰਨ ਲੋਕ ਹੰਕਾਰ ਦੇ ਫੰਕਾਰੇ ਮਾਰ ਕੇ ਵਿਦਵਤਾ ਜਣਾਉਂਦੇ ਵੀ ਮੈਂ ਇੰਨੇ ਗ੍ਰੰਥ ਇੰਨੇ ਸ਼ਾਸਤਰ ਪੜ੍ਹਿਆ ਤੇ ਪਰ ਜੇਕਰ ਉਹਨੂੰ ਕੋਈ ਦਿਮਾਗੀ ਰੋਗ ਹੋ ਜਾਏ ਤਾਂ ਬ੍ਰਹਮ ਵਿਦਿਆ ਰੂਪੀ ਮਣੀ ਉਹਦੇ ਦਿਮਾਗ 'ਚ ਹੀ ਲੁਕ ਜਾਂਦੀ ਹੈ, ਜਿਸ ਦੇ ਦੁੱਖ ਜਾਂ ਵਿਜੋਗ 'ਚ ਤੜਫ ਤੜਫ ਕੇ ਮਰ ਜਾਂਦਾ। ਕਈਆਂ ਨੂੰ ਮੈਂਟਲ ਹੋਏ ਤਾਂ ਮੈਂ ਆਪਣੀ ਅੱਖਾਂ ਨਾਲ ਵੇਖਿਆ ਵਿਦਿਆ ਉਹਨਾਂ ਦੇ ਦਿਮਾਗ ਨੂੰ ਚੜ੍ਹ ਗਈ। ਜਿਵੇਂ ਗਰਮੀ ਚੜ੍ਹ ਜਾਏ ਬੁਖਾਰ ਚੜ੍ਹ ਜਾਏ ਫਿਰ ਬੰਦਾ ਮਰਨ ਤੋਂ ਪਰੇ ਕੋਈ ਹੋਰ ਸਟੇਸ਼ਨ ਨਹੀਂ। ਇੰਝ ਮਰਨ ਪਰਯੰਤ ਇਹੋ ਜਿਹੀ ਵਿਦਿਆ ਉਹਨਾਂ ਦੇ ਦਿਮਾਗ ਨੂੰ ਚੜ੍ਹੀ ਮੁੜ ਕੇ ਠਾਂ ਹੀ ਨਹੀਂ ਉਤਰੀ, ਸ਼ਦਾਈ ਹੋ ਗਏ ਪੜ੍ਹ ਪੜ੍ਹ ਕੇ। ਅਤੇ ਇਸ ਲਈ ਗੁਰੂ ਘਰ ਦੇ ਵਿੱਚ ਨਿਰੀ ਪੁਰੀ ਪੜ੍ਹਾਈ ਨਹੀਂ, ਸੇਵਾ ਅਤੇ ਸਿਮਰਨ ਪ੍ਰੇਮ ਦੀ ਦੀ ਪ੍ਰਾਪਤੀ ਇਹ ਵੀ ਦਰਸਾਈ ਹੈ, ਇਹ ਵੀ ਸਿਖਾਈ ਹੈ। ਸਾਚ ਕਹੋ ਸੁਨ ਲੇਹੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਾਰਸੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਅਰਬੀ ਇਤਿਆਦਿਕ ਗੁਰਮੁਖੀ ਭਾਸ਼ਾਵਾਂ ਦੇ ਆਲਾ ਵਿਦਵਾਨ ਸੀਗੇ। ਬੜੇ ਭਾਗ ਮਹਾਰਾਜ ਜੀ ਨੇ ਛੰਦ ਰਚੇ ਨੇ। ਉਹਨਾਂ ਦੀ ਵਿਦਿਆ ਦਾ ਕੋਈ ਸਾਨੀ ਨਹੀਂ ਹੈ। ਕਿੰਨਾ ਵੱਡਾ 10ਮ ਗ੍ਰੰਥ ਵੇਖੋ ਇਕੱਲਿਆਂ ਨਹੀਂ ਉਚਾਰਦਾ। ਅਜੇ ਮਨ ਪੱਕਾ ਵਿਦਿਆ ਸਾਗਰ ਉਹ ਨਦੀ 'ਚ ਡੁੱਬ ਗਿਆ, ਜਲ ਪ੍ਰਵਾਹ ਹੋ ਗਿਆ, ਉਹ 'ਚ ਪਤਾ ਨਹੀਂ ਕਿੰਨਾ ਕੁਛ ਹੋਊਗਾ। 52 ਕਵੀਆਂ ਦਾ ਸਤਿਕਾਰ ਕਰਦੇ ਪਰ ਵੇਖੋ 4 ਯੁੱਗਾਂ ਦਾ ਚੌਂਕੜਾ ਮਾਰਿਆ ਅਤੇ ਖਾਲਸਾ ਪੰਥ ਪ੍ਰਗਟ ਕਰਨ ਤੋਂ ਪਹਿਲਾਂ ਵੀ ਵੈਰਾਗ ਦੇ ਵਿੱਚ ਰਹੇ। ਫਿਰ ਸਾਹਿਬਜ਼ਾਦਿਆਂ ਤੋਂ ਉਪਰੰਤ ਅੰਮ੍ਰਿਤ ਛਕਾ ਕੇ ਜਾਸਾ 'ਚ ਪਰਪੱਕ ਰਹੇ। ਇਹ ਸਤਿਗੁਰੂ ਜੀ ਦੀ ਸਿੱਖਿਆ ਹੈ। ਪਰ ਜਿਹੜਾ ਹੰਕਾਰੀ ਪੁਰਸ਼ ਹੈ, ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ, ਉਹ ਫਿਰ ਤੜਫ ਤੜਫ ਕੇ ਮਰਦਾ ਹੈ। ਤੀਜਾ ਇੱਕ ਜੀਵ ਮੱਸਿਆ ਦੀ ਰਾਤ ਨੂੰ ਬਾਹਰ ਮਣੀ ਕੱਢਣ ਵਾਲੇ ਸੱਪ ਦੀ ਤਰ੍ਹਾਂ ਹੁੰਦਾ, ਜੋ ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪਾ ਕੇ ਆਪਣੇ ਪੇਟ ਦੀ ਪੂਰਤੀ ਲਈ ਹੋਈ ਕੀੜਿਆਂ ਦੀ ਤਰ੍ਹਾਂ ਪਦਾਰਥਾਂ ਨੂੰ ਖਾ ਖਾ ਕੇ ਗੁਜ਼ਾਰਾ ਕਰਦਾ ਹੈ। ਮਾਇਆ ਭੇਟਾ ਲੈ ਕੇ ਖੁਸ਼ ਪ੍ਰਸੰਨ ਹੋ ਜਾਂਦਾ। ਹੋਰ ਆਤਮਿਕ ਰਸ
ਉਹ ਨਹੀਂ ਚੱਕਦਾ ਹੈ। ਸੋ ਇੰਜ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਨੇ ਉਹ ਸੰਤਾਂ ਦੀ ਨਿੰਦਿਆ ਕਰਦੇ ਥੱਕਦੇ ਨਹੀਂ। ਜਿਨ੍ਹਾਂ ਸੰਤਾਂ ਨੇ ਆਪਣਾ ਕੁਛ ਵੀ ਨਹੀਂ ਬਣਾਇਆ, ਗੁਰਦੁਆਰੇ ਬਣਾਏ, ਲੰਗਰ ਚਲਾਏ, ਤੇ ਆਪਣੇ ਬੱਚਿਆਂ ਬਾਰੇ ਤਾਂ ਕੁਝ ਸੋਚਿਆ ਨਹੀਂ, ਦੁਨੀਆ ਦੇ ਬੱਚਿਆਂ ਨੂੰ ਪੜ੍ਹਾਇਆ, ਪਰ ਆਪ ਦੇਹ ਚੁਰੂ ਭਰ ਪਾਣੀ ਤੇ ਨਿੰਦੈ ਜੇ ਗੰਗਾ ਆਨੇ। ਅਸੀਂ ਭਾਵੇਂ ਲੋਕ ਗੁਰੂ ਸਾਹਿਬ ਦੀ ਕਥਾ ਦੀ ਮਾਇਆ ਭੇਟਾ ਵਿੱਚੋਂ ਦਸਵੰਧ ਵੀ ਸੰਗਤ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਮੱਥਾ ਨਾ ਟੇਕ ਸਕੀਏ, ਪਰ ਅਸੀਂ ਉਹਨਾਂ ਸੰਤਾਂ ਦੀ ਨਿੰਦਿਆ ਕਰਨ ਬੈਠ ਜਾਂਦੇ ਹਾਂ, ਬੜਾ ਬਣਾ ਸਵਾਰ ਕੇ, ਅਤੇ ਕਹਿ ਦਿੰਦੇ ਆ ਕਿ ਜੀ ਫਲਾਣਾ ਸੰਤ ਇਸ ਤਰ੍ਹਾਂ, ਫਲਾਣਾ ਉਸ ਤਰ੍ਹਾਂ, ਪਰ ਕਦੀ ਆਪਣੇ ਅੰਦਰ ਝਾਤ ਮਾਰ ਕੇ ਨਹੀਂ ਵੇਖਿਆ ਕਿ ਅਸੀਂ ਕਿੰਨੇ ਲੋਭੀ ਲਾਲਚੀ ਹਾਂ। ਸੋ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਲੈਣ। ਮਹਾਰਾਜ ਫੁਰਮਾਨ ਕਰਦੇ ਹਨ ਕਿ ਭਾਈ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਭੁਲਾਉਣਾ ਹੈ, ਸ਼ੁਰੂ ਤੋਂ ਪੜ੍ਹੋ। ਹਰ ਬਿਸਰਤ ਸਦਾ ਖੁਆਰੇ। ਹਰੀ ਦੇ ਨਾਮ ਨੂੰ ਭੁਲਾਉਣ ਤੋਂ ਹਮੇਸ਼ਾ ਖੇ ਖਰਾਬ ਹੋਣਾ ਪੈਂਦਾ। ਸ਼੍ਰੋਮਣੀ ਕਮੇਟੀ ਨੇ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੰਜੀ ਸਾਹਿਬ ਵਾਸਤੇ ਕੋਈ ਕਥਾਵਾਚਕ ਗਿਆਨੀ ਸਿੰਘ ਦਿਓ ਜੀ, ਆਪ ਦਾ ਵਿਦਿਆਰਥੀ। ਮਹਾਂਪੁਰਖਾਂ ਨੇ ਗਿਆਨੀ ਦਲੀਪ ਸਿੰਘ ਦੀ ਡਿਊਟੀ ਲਾਈ ਤੇ ਗਿਆਨੀ ਜੀ ਨੇ ਕਥਾ ਕਰਨੀ, ਪਰ ਉਹ ਗੱਲ ਬਣੀ ਨਾ ਜਿਹੜੀ ਬਣਨੀ ਚਾਹੀਦੀ ਸੀ। ਮਹਾਂਪੁਰਖਾਂ ਨੂੰ ਆ ਕੇ ਬੇਨਤੀ ਕੀਤੀ, ਕਹਿੰਦੇ ਸੰਤ ਜੀ ਮਹਾਰਾਜ ਕਥਾ ਤਾਂ ਤੁਸੀਂ ਸਿਖਾਤੀ ਤੇ ਡਿਊਟੀ ਵੀ ਦਵਾਤੀ, ਤੇ ਪਰ ਮਹਾਂਪੁਰਖੋ ਗੱਲ ਕੋਈ ਬਣੀ ਨਹੀਂ ਹੈ, ਪਤਾ ਨਹੀਂ ਕਿੱਥੇ ਘਾਟ ਰਹਿ ਗਈ, ਸੰਗਤ ਪਤਾ ਨਹੀਂ ਕਿਉਂ ਨਹੀਂ ਸੁਣ ਕੇ ਰਾਜੀ। ਮਹਾਂਪੁਰਖ ਕਹਿੰਦੇ ਵੀ ਗੱਲ ਇੰਜ ਹੈ, ਕਮਾਈ ਦੀ ਘਾਟ ਹੈ। ਤੂੰ ਇਉਂ ਕਰ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ 1.25 ਲੱਖ ਮੂਲ ਮੰਤਰ ਦਾ ਪਾਠ ਕਰ। 1.25 ਲੱਖ ਇੱਕ ਦਿਨ ਦੇ ਵਿੱਚ 108 ਮਣਕੀਆਂ ਦੀ ਮਾਲਾ 36 ਵਾਰ ਫੇਰੀ ਜਾਏ ਤਾਂ 40 ਦਿਨਾਂ ਵਿੱਚ ਸੰਪੂਰਨ ਹੋ ਜਾਂਦਾ। ਜੇ 18 ਮਾਲਾ ਫੇਰੀਆਂ ਜਾਣ ਤਾਂ ਫਿਰ 80 ਦਿਨ ਲੱਗਦੇ ਨੇ। ਜੇ 36 ਮਾਲਾ ਫੇਰਨੀਆਂ ਹੋਣ ਫਿਰ 4 ਜਾਂ 5 ਘੰਟੇ ਚਾਹੀਦੇ ਹਨ, ਸੁਤੇ ਸਿੱਧ ਨਾਰਮਲ। ਤੇ ਜੇ ਇੰਨਾ ਟਾਈਮ ਨਾ ਹੋਏ ਫਿਰ 40 ਦਿਨਾਂ 'ਚ ਬੰਦਾ ਕਰ ਲੇ। ਕਹਿੰਦੇ ਜੀ 7 ਵਚਨ, ਫਿਰ 1.25 ਲੱਖ ਮੂਲ ਮੰਤਰ ਦਾ ਪਾਠ ਕੀਤਾ। ਫਿਰ ਕਹਿੰਦੇ ਹੁਣ ਸੁਣਾ, ਕਹਿੰਦੇ ਹੁਣ ਠੀਕ ਹੈ, ਚੜ੍ਹਦੀ ਕਲਾ, ਗੁਰੂ ਸਾਹਿਬ ਦੀ ਕਿਰਪਾ ਹੈ। ਇਉਂ ਪ੍ਰਚਾਰ ਦੀ ਘਾਟ ਨਹੀਂ ਹੈ। ਪ੍ਰਚਾਰ ਤਾਂ ਪਹਿਲਾਂ ਸਮਿਆਂ ਦੇ ਨਾਲੋਂ ਜੇ ਮੈਂ ਕਹਾਂ ਕਿ 1000 ਵੱਧ ਹੈ ਤਾਂ ਵੀ ਝੂਠ ਹੈ, ਮਤਲਬ ਇਹਦੇ ਨਾਲੋਂ ਵੀ ਵੱਧ ਹੈ। ਨੈਟ ਇੰਨਾ ਫਾਸਟ ਹੈ, 1G ਤੋਂ 2G ਤੇ 2 ਤੋਂ 3 ਦੇ ਹੁਣ 4G ਤੇ 5 ਤੇ ਕਿੰਨੇ G ਤੁਰਿਆ ਫਿਰਦਾ। ਕਿੰਨੀ ਫਾਸਟ ਹੈ ਦੁਨੀਆ। ਇਸ ਵਾਸਤੇ ਕਮਾਈ ਦੀ ਘਾਟ ਹੈ। ਮਹਾਰਾਜ ਆਪ ਕਮਾਓ ਅਵਰਾ ਉਪਦੇਸ਼। ਸਾਨੂੰ ਖੁਦ ਆਪਣੇ ਲੋਕਾਂ ਨੂੰ ਹੀ ਮਹਾਰਾਜ ਦਾ ਨਾਮ ਭੁੱਲਿਆ ਹੋਇਆ ਮਾਫ ਕਰਨਾ। ਕੋਈ ਨਿਤਨੇਮ ਕਰਕੇ ਰਾਜੀ ਨਹੀਂ ਹਾਂ, ਕਦੀ ਕੋਈ ਸੁਖਮਨੀ ਸਾਹਿਬ ਦਾ ਪਾਠ ਨਹੀਂ ਪੜ੍ਹਿਆ, ਕਦੀ ਕੋਈ ਮੂਲ ਮੰਤਰ ਦਾ ਸਿਮਰਨ, ਕੋਈ ਮਾਲਾ ਨਹੀਂ ਪੜ੍ਹੀ, ਕਦੀ ਕੋਈ ਵਾਹਿਗੁਰੂ ਮੰਤਰ ਕੋਈ ਨਿਯਮ ਦੇ ਨਾਲ 1.25 ਘੰਟਾ ਸਵੇਰੇ 1.25 ਸ਼ਾਮ ਕੋਈ ਭਜਨ ਬੰਦਗੀ। ਹਾਂ, ਰੋਟੀ ਖਾਣ ਤੋਂ ਪਹਿਲਾਂ ਪ੍ਰਸ਼ਾਦਾ ਤੂੰ ਛਕਣਾ ਹੁੰਦਾ, ਉਦੋਂ ਦਾ ਉੱਚੀ ਉੱਚੀ ਸਤਿਨਾਮ ਵਾਹਿਗੁਰੂ 5 ਮਿੰਟ ਕੀਤਾ, ਫਿਰ ਸਤ ਚੜ੍ਹਦੀ ਕਲਾ। ਪ੍ਰਸ਼ਾਦਾ ਛਕਿਆ, ਫਿਰ ਤੂੰ ਕੌਣ ਤੇ ਮੈਂ ਕੌਣ, ਦੂਜਿਆਂ ਨੂੰ ਕੀ ਕਹਿਣਾ। ਮਹਾਰਾਜ ਕਹਿੰਦੇ ਭਾਈ ਖਰਾਬ ਹੋਣਾ ਪੈਂਦਾ। ਅੱਜ ਸਿੱਖ ਕੌਮ, ਖਾਲਸਾ ਪੰਥ ਜਿਹੜਾ ਮਹਾਰਾਜ ਨੇ ਸ਼ੌਂਕ ਦੇ ਨਾਲ ਇੰਨੀਆਂ ਬਖਸ਼ਿਸ਼ਾਂ ਭਰਿਆ ਸਾਜਿਆ ਸੀ,
ਅਸੀਂ ਕਿਉਂ ਖਰਾਬ ਹੋ ਰਹੇ ਹਾਂ, ਕਿਉਂ ਦੁਖੀ ਹੋ ਰਹੇ ਹਾਂ, ਕਿਉਂ ਭਟਕ ਰਹੇ ਹਾਂ। ਕਿਉਂਕਿ ਪਹਿਲੀ ਗੱਲ ਤਾਂ ਅੰਮ੍ਰਿਤ ਨਹੀਂ ਛਕਦੇ। ਜੇ ਅਸੀਂ ਅੰਮ੍ਰਿਤ ਛਕ ਲੈਂਦੇ ਫਿਰ ਨਿਤਨੇਮ ਨਹੀਂ ਕਰਦੇ, ਜੇ ਨਿਤਨੇਮ ਵੀ ਕਰਦੇ ਆ ਉਹਦੇ 'ਤੇ ਅਮਲ ਨਹੀਂ ਕਰਦੇ, ਭਜਨ ਬੰਦਗੀ ਲਈ ਸਮਾਂ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਮਾਲਾ ਨਹੀਂ ਪੜੋਗੇ, ਬਾਣੀ ਨਹੀਂ ਪੜੋਗੇ, ਉਹਨਾਂ ਚਿਰ ਖਰਾਬ ਹੋਣਾ ਪਊਗਾ, ਬੇਇੱਜ਼ਤ ਹੋਣਾ ਪਊਗਾ, ਵਿਕਾਰਾਂ ਦੇ ਹੱਥੋਂ ਤੁਹਾਡੀ ਬੇਇੱਜ਼ਤੀ ਹੋਏਗੀ। ਸੋ ਜੀਓ ਤਪਤ ਹੈ ਬਾਰੋਂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੇ ਲਾਏ। ਬੋਲਣ ਚਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਰਹਾਓ ਜਿਨ ਕਨ ਕੀਤੇ ਅੱਖੀ ਨਾ, ਜਿਨ ਜੇਹਵਾ ਦਿੱਤੀ ਬੋਲੇ ਤਾ, ਜਿਨ ਮਨ ਰਾਖੇ ਅਗਨੀ ਬਾਏ, ਵਾਜੈ ਪਵਨ ਆਖੇ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾ, ਸਭਾ ਕਾਲਖ ਦਾਗਾ ਦਾ, ਚੱਲਿਆ ਲਾਏ, ਦਰਗਹਿ ਬੈਸਾ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜੇ ਤਰਨਾ ਹੋਰ ਨਹੀਂ ਥਾਉ, ਜੇ ਡੂਬੈ ਫਿਰ ਹੋਵੇ ਸਾ, ਨਾਨਕ ਸਾਚਾ ਸਰਬ ਦਾਤਾ। ਜੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਦਾ ਮੁਖ ਤੇ ਨਹੀਂ ਛੁਟੇ, ਔਗਣਾ ਦਾ ਤਿਆਗ ਨਹੀਂ ਕੀਤਾ, ਤਾਂ ਨਿਫਲ ਪਈ ਸਭ ਸੇਵਾ। ਸੋ ਮਹਾਰਾਜ ਦੇ ਨਾਮ ਨੂੰ ਭੁਲਾਉਣ ਨਾਲ ਇਹਨਾਂ ਵਿਕਾਰਾਂ ਦੇ ਹੱਥੋਂ, ਔਗਣਾਂ ਦੇ ਹੱਥੋਂ ਖਰਾਬ ਹੋਣਾ ਪਊਗਾ। ਨਿੰਦਿਆ ਜਿਹਦੀ ਕਰੀ ਦੀ ਹੈ, ਗੱਲ ਉਹਦੇ ਕੋਲ ਪਹੁੰਚ ਜਾਂਦੀ ਹੈ, ਮੁੜ ਕੇ ਫਿਰ ਉਹ ਅੱਖਾਂ ਦਿਖਾਉਂਦਾ, ਫਿਰ ਉਹ ਲੜਦਾ ਝਗੜਦਾ ਪਰੇਸ਼ਾਨ ਕਰਦਾ ਹੈ। ਫਿਰ ਬੰਦਾ ਭੱਜਦਾ, ਫਿਰ ਲੁਕਦਾ ਵੀ ਮੇਰੀ ਗੱਲ ਪਤਾ ਕਿਵੇਂ ਲੱਗ ਗਈ ਹੈ। ਤੋ ਇੰਝ ਖਰਾਬੀ ਹੋਈ, ਆਪ ਦਾ ਮਨ ਵੀ ਨਹੀਂ ਡਿੱਗਿਆ, ਦੂਜੇ ਦਾ ਵੀ ਖਰਾਬ ਹੋ ਗਿਆ। ਤੋ ਇੰਝ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਜਿਹੜੇ ਵਿਕਾਰ ਨੇ ਇਹ ਵੀ ਲੁਕੇ ਨਹੀਂ ਰਹਿੰਦੇ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਫਿਰ ਦੁਨੀਆ ਪਕੜਦੀ, ਖੇ ਖਰਾਬ ਕਰਦੀ, ਉਹਨਾਂ ਤੋਂ ਬਾਜੇ ਫਿਰ ਠਾਣੇ ਵਾਲੇ, ਗਾਂ ਫਿਰ ਕੋਰਟ ਕਚਹਿਰੀਆਂ। ਖਰਾਬੀ ਹੋਈ ਹੈ, ਹੋਰ ਕੀ ਆ ਦੱਸੋ। ਮਹਾਰਾਜ ਦੀ ਬਾਣੀ ਜੇ ਆਪਾਂ ਡੇਲੀ ਪੜ੍ਹੀਏ ਅਤੇ ਉਹਦੇ 'ਤੇ ਅਮਲ ਕਰੀਏ ਅਤੇ ਗੁਰੂ ਦੀ ਬਖਸ਼ੀ ਅੰਮ੍ਰਿਤ ਵਾਲੀ ਰਹਿਤ ਵਿੱਚ ਆ ਜਾਈਏ ਅਤੇ ਸਾਰੇ ਘਰ ਸਵਰਗ ਬਣ ਜਾਣ, ਸਾਡੇ ਬੱਚੇ ਦੇਵਤੇ ਬਣ ਜਾਣ। ਪਰ ਜੇ ਅਸੀਂ ਆਪ ਨਹੀਂ ਕੀਤਾ, ਕਦੀ ਮਹਾਰਾਜ ਨੂੰ ਖੋਲ੍ਹ ਕੇ ਵੇਖਿਆ ਹੀ ਨਹੀਂ, ਰੁਮਾਲੇ ਪਾ ਕੇ ਅਰਦਾਸਾਂ ਕਰਾਤੀਆਂ, ਮੁੰਡੇ ਵਿਆਹ 'ਤੇ ਇਕੱਠੇ, ਖੋਲ੍ਹ ਕੇ ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ, ਟਾਈਮ ਹੀ ਨਹੀਂ ਹੈ, ਤਾਂ ਦੱਸੋ ਜੀਵਨ ਕਿਵੇਂ ਬਣੇਗਾ। ਇਹ ਸੱਚੀਆਂ ਗੱਲਾਂ ਹਨ ਜੋ ਸਾਡੀ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ। ਸਭ ਘਾਟ ਗੁਰਬਾਣੀ ਪੜ੍ਹਨ ਅਤੇ ਸੁਣਨ ਦੀ ਹੈ ਜਾਂ ਅਮਲ ਦੀ ਹੈ। ਜੇ ਇੱਕ ਇੱਕ ਸ਼ਬਦ ਹੀ ਡੇਲੀ ਬੰਦਾ ਰੋਜ਼ ਪਕਾ ਲੇ, ਜਿਹੜਾ ਬੋਰਡ 'ਤੇ ਲਿਖਿਆ ਹੋਇਆ, ਕਦੀ ਵੀ ਬੰਦਾ ਧੋਖਾ ਨਾ ਖਾਏ। ਪਰ ਉਹ ਨੇ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ, ਮਾਫ਼ ਕਰਨਾ, ਲੋੜ ਵੈਸੇ ਸਾਰਿਆਂ ਨੂੰ ਹੀ ਹੈ, ਪਰ ਜਿਨ੍ਹਾਂ ਨੂੰ ਗਿਆਨ ਪਤਾ, ਜਿਹੜੇ ਸੁਧਰੇ ਹੋਏ ਹੁੰਦੇ ਨੇ, ਉਹਨਾਂ ਹੀ ਗੁਰਦੁਆਰੇ ਆਉਣਾ ਭਗਤੀ ਵਾਲਿਆਂ ਨੇ। ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਹੁਕਮਨਾਮਾ ਕਿਹੜਾ ਆਇਆ। ਤੋ ਜਿਨ੍ਹਾਂ ਲਈ ਉਪਦੇਸ਼ ਹੈ ਉਹ ਸੁਣਦੇ ਹੀ ਨਹੀਂ। ਤੋ ਇਸ ਵਾਸਤੇ 100% ਝਗੜੇ ਜਿਹੜੇ ਨੇ ਗੁਰਬਾਣੀ ਤੋਂ ਟੁੱਟਣ ਕਰਕੇ ਹੋ ਰਹੇ ਨੇ। ਜੇ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲੇ, ਅੱਜ ਦੀ ਡੇਟ 'ਚ ਸਾਰੇ ਮਹਾਰਾਜ ਦੇ ਸਿੱਖ ਬਣ ਜਾਣ, ਤਾਂ ਇੱਕ ਤੀਜਾ ਵਿਸ਼ਵ ਯੁੱਧ ਹੋਣ ਵਾਲਾ ਉਹ ਟਲ ਸਕਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਨੂੰ ਭੁਲਾਉਣ ਦੇ ਨਾਲ ਹੀ ਗੁੱਸਾ ਚੜ੍ਹਦਾ ਹੈ। ਤੁਸੀਂ ਵੇਖੋ, ਜਿੱਦਣ ਟਾਈਮ ਸਿਰ ਉੱਠਿਆ ਨਹੀਂ ਜਾਊਗਾ, ਦਿਨ ਚੜ੍ਹ ਗਿਆ, ਗਲਤੀ ਆਪਣੀ, ਗੁੱਸਾ ਆਪਾਂ ਨੂੰ ਦੂਜਿਆਂ ਦੇ ਚੜ੍ਹੀ ਜਾਊਗਾ। ਨਹਾਤੇ ਆਪਾਂ ਨਹੀਂ ਹਾਂ, ਕੁਦਰਤੀ ਤੌਰ 'ਤੇ ਮਨ ਕਾਹਲਾ ਪੈਂਦਾ ਹੈ ਇਸ਼ਨਾਨ ਨਾ ਕੀਤਾ ਹੋਏ। ਫਿਰ ਗੁਰੂ ਘਰ ਦਾ ਨਿਤਨੇਮ ਟੁੱਟ ਜਾਏ, ਕਥਾ ਕੀਰਤਨ 'ਚ ਗੈਰ ਹਾਜ਼ਰੀ ਹੈ ਤੇ ਗੁੱਸਾ ਪਰਿਵਾਰ 'ਤੇ ਹੋਈ ਜਾਊਗਾ, ਮਨ ਕਾਹਲਾ ਜਾਊਗਾ। ਕਾਰਨ ਕੀ ਹੈ ਵੀ ਜੇ ਸਾਨੂੰ ਮਹਾਰਾਜ ਦੀ ਬਾਣੀ ਨੇ ਸ਼ਾਂਤ ਕਰਨਾ ਹੈ, ਸ਼ਾਂਤ ਪਾਈ
ਗੁਰ ਗੋਬਿੰਦ ਪੂਰੇ ਉਪਜੇ ਬਾਜੇ ਅਨਹਦ ਤੋਰੇ। ਉਹ ਇਤਨੇ ਵਿਸਰ ਗਿਆ ਜੇ ਕਿ ਸਾਡਾ ਮਨ ਖਰਾਬ ਹੋ ਗਿਆ ਇਹਨਾਂ ਝਮੇਲਿਆਂ ਦੇ ਵਿੱਚ। ਪਰ ਉਹਨਾਂ ਨੂੰ ਸੰਸਾਰ ਜਾਂ ਧੋਖਾ ਜਾਂ ਭਰਮ ਕਿਵੇਂ ਲੱਗ ਸਕਦਾ ਹੈ। ਇਹ ਵਾਹਿਗੁਰੂ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਤੁਹਾਡਾ ਆਸਰਾ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸਿਮਰਨ ਜੋ ਜੀਵਨ ਬਲਣਾ, ਜਿਹੜਾ ਜੀਵਨ ਨੂੰ ਬਤੀਤ ਕਰਨਾ ਹੈ ਸਿਮਰਨ ਤੋਂ ਬਗੈਰ। ਬਿਨ ਸਿਮਰਨ ਪਏ ਕੂਕਰ ਕਾਮ, ਸਾ ਈਸਵਾ ਪੂਤ ਨਿਨਾਮ। ਜਿਵੇਂ ਕੁੱਤਾ ਤੇ ਉਹਦਾ ਹੈ ਬੋਲੀ ਜਾਣਾ ਬੋਲੀ ਜਾਣਾ, ਇਉਂ ਭਜਨ ਤੋਂ ਬਗੈਰ ਜਿਹੜਾ ਫਜ਼ੂਲ ਗੱਲਾਂ ਦਾ ਬੋਲਣਾ ਹੈ ਇਹ ਕੂਕਰ ਦੇ ਕਰਮ ਹਨ। ਸਾਕਤ ਬੇਸਵਾ ਪੂਤ ਨਿਨਾਮ, ਜਿਵੇਂ ਵੇਸ਼ਵਾ ਦੇ ਪੁੱਤ ਦਾ ਕੋਈ ਨਾਂ ਨਹੀਂ ਹੁੰਦਾ, ਕੋਈ ਉਹਦੇ ਪਿਓ ਦਾ, ਇਸ ਤਰ੍ਹਾਂ ਸਾਕਤ ਪੁਰਖ ਦਾ ਕੋਈ ਪਿਓ ਨਹੀਂ, ਕੋਈ ਵਾਲੀ ਵਾਰਸ ਨਹੀਂ ਹੈ। ਬਿਨ ਸਿਮਰਨ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ। ਜਿਵੇਂ ਕੁੱਤਾ ਜੂਠ 'ਚ ਮੂੰਹ ਪਾਉਂਦਾ ਇਸ ਤਰ੍ਹਾਂ ਭਜਨ ਤੋਂ ਬਗੈਰ ਜ਼ਿੰਦਗੀ ਹੈ। ਸੱਪ ਦੀ ਉਦਾਹਰਨ ਦਿੰਦੇ ਨੇ, ਜਿਵੇਂ ਸੱਪਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਹੁੰਦੀਆਂ ਨੇ ਪਰ ਉਹ ਦੁਖੀ ਹੁੰਦੇ ਨੇ। ਇੰਝ ਜਿੰਨੀ ਮਰਜ਼ੀ ਲੰਬੀ ਉਮਰ ਹੋਵੇ, ਜੇ ਨਿਤਨੇਮ ਨਹੀਂ, ਸਿਮਰਨ ਨਹੀਂ, ਭਜਨ ਨਹੀਂ ਹੈ ਤਾਂ ਲੰਮੀ ਉਮਰ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ ਹੈ। ਸੋ ਵਾਹਿਗੁਰੂ ਦੇ ਨਾਮ ਨੂੰ ਭੁੱਲ ਕੇ ਭਾਵੇਂ ਜੀਵ 9 ਖੰਡਾਂ ਦਾ ਰਾਜ ਵੀ ਕਮਾ ਲਵੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਤੋਂ ਬਿਨਾਂ ਅੰਤ ਨੂੰ ਉਹ ਜੀਵ ਆਪਣੀ ਜੀਵਨ ਦੀ ਬਾਜੀ ਹਾਰ ਕੇ ਪਰਲੋਕ ਨੂੰ ਚਲੇ ਜਾਣਗੇ। ਸ੍ਰੀ ਜਪਜੀ ਸਾਹਿਬ ਦੇ ਵਿੱਚ ਸਾਹਿਬਾਂ ਦਾ ਬਚਨ ਹੈ, ਜੇ ਵਿਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ, ਜੇ ਨਦਰ ਨਾ ਆਵਈ ਤਾਂ ਪੁੱਛੈ ਕੇ ਕੀਟਾ ਕੀਟ ਕਰ ਦੋਸੀ ਦੋਸ ਧਰੇ। ਉਹ ਕੀੜਿਆਂ 'ਚੋਂ ਕੀੜਾ ਗਿਣਿਆ ਜਾਊਗਾ, ਦੋਸ਼ੀਆਂ 'ਚ ਦੋਸ਼ੀ। ਵੀ ਭਲਿਆ ਮਾਨਸਾ ਜਿਹਦੇ ਕੋਲ ਰੋਟੀ ਨਹੀਂ, ਕੱਪੜਾ ਨਹੀਂ, ਮਕਾਨ ਨਹੀਂ, ਗਰੀਬ ਬੰਦਾ, ਉਹ ਤਾਂ ਭਲਾ ਬਹਾਨਾ ਲਾਏ ਵੀ ਮੇਰੇ ਕੋਲ ਟਾਈਮ ਨਹੀਂ ਲੱਗਾ ਜੀ, ਮੈਂ ਤਾਂ ਦਿਹਾੜੀ ਕਰਨ ਜਾਣਾ ਸੀਗਾ, ਕੰਮ ਕਰਦਾ ਮੈਂ ਥੱਕ ਗਿਆ, ਸਵੇਰੇ ਉੱਠਿਆ ਨਹੀਂ ਜਾਂਦਾ ਅਤੇ ਬੜਾ ਔਖਾ ਹੈ। ਪਰ ਤੈਨੂੰ ਤਾਂ ਰੱਬ ਨੇ ਰਾਜਾ ਬਣਾਇਆ ਸੀਗਾ, ਉਹ ਰਾਜਿਆਂ ਦੇ ਕੰਨ ਜ਼ਿਆਦਾ ਮਹਾਰਾਜ ਪਟੂਗਾ। ਵੀ ਤੈਨੂੰ ਤਾਂ ਪਰਮਾਤਮਾ ਕਿਸੇ ਚੀਜ਼ ਦੀ ਘਾਟ ਨਹੀਂ ਰੱਖੀ, ਤੂੰ ਕਿਉਂ ਨਹੀਂ ਨਾਮ ਜਪਿਆ? ਦੱਸ, ਤੈਨੂੰ ਤਾਂ ਚਾਹੀਦਾ ਸੀ ਮਹਾਰਾਜ ਦਾ ਨਾਮ ਜਪਣਾ। ਕੰਮ ਵਾਲੇ ਬੰਦੇ ਕੋਲ ਚੱਲ ਟਾਈਮ ਨਹੀਂ, ਤੇਰੇ ਕੋਲ ਤਾਂ ਖੁੱਲ੍ਹਾ ਸਮਾਂ ਸੀਗਾ। ਅਤੇ ਪਰ ਸਾਧ ਸੰਗਤ ਜੀਓ, ਜਿਹੜਾ ਗਰੀਬ ਬੰਦਾ ਹੈ ਉਹਦਾ ਮਨ ਸ਼ਾਂਤ ਹੈ। ਤੋ ਜਿੰਨਾ ਵੀ ਰਾਜ ਭਾਗ ਹੈ ਇਹ ਸਭ ਦੁੱਖ ਦਾ ਕਾਰਨ ਹੈ। ਦੂਸਰੇ ਨੂੰ ਨੀਵਾਂ ਦਿਖਾ ਕੇ ਅਤੇ ਆਪ ਉੱਚਾ ਕਿਵੇਂ ਹੋਣਾ ਹੈ, ਇਸ ਫਿਕਰ ਦੇ ਵਿੱਚ ਹੀ ਉਹ ਪਏ ਰਹਿੰਦੇ ਨੇ। ਨਿੰਦਿਆ, ਚੁਗਲੀ, ਈਰਖਾ, ਦਵੈਸ਼ ਤੋਂ ਘਾਟੇ ਵਾਧੇ ਦੇ ਵਿੱਚ ਜਾਂ ਦੇਵਤਿਆਂ ਦੀ ਤਰ੍ਹਾਂ ਉਹ ਸਾਲ ਗਿਣਦੇ ਰਹਿੰਦੇ। ਕਹਿੰਦੇ ਜਦ ਸਵਰਗ 'ਚ ਐਂਟਰੀ ਹੁੰਦੀ ਹੈ ਅਤੇ ਫੁੱਲਾਂ ਦੀ ਮਾਲਾ ਗਲ 'ਚ ਪਾ ਦਿੱਤੀ ਜਾਂਦੀ। ਮਨੁੱਖਾਂ ਨਾਲੋਂ ਦੇਵਤਿਆਂ ਦੇ ਸਾਲ ਵੱਡੇ ਹੁੰਦੇ ਨੇ। ਜਦ ਇੱਕ ਸਾਲ ਗੁਜ਼ਰਦਾ, ਇੱਕ ਫੁੱਲ ਸੁੱਕ ਜਾਂਦਾ, ਉਹਨਾਂ ਨੂੰ ਇਹੀ ਫਿਕਰ ਪਿਆ ਰਹਿੰਦਾ ਕਿ ਸਾਰੀ ਮਾਲਾ ਸੁੱਕ ਗਈ ਤਾਂ ਸਾਨੂੰ ਸਵਰਗ ਵਿੱਚੋਂ ਡੇਗ ਦਿੱਤਾ ਜਾਏਗਾ। ਇਉਂ ਹਰੇਕ ਦੀ ਵੈਲਿਡਿਟੀ ਹੈ। ਉਹਨਾਂ ਨੂੰ ਇਹੀ ਫਿਕਰ ਲੱਗਾ ਰਹਿੰਦਾ ਵੀ ਅਗਲੀ ਵਾਰ ਕਿਵੇਂ ਜਿੱਤਣਾ, ਕਿਵੇਂ ਆਪਣੀ ਇਮੇਜ ਬਣਾਉਣੀ ਹੈ ਸੱਚ ਝੂਠ ਬੋਲ ਕੇ। ਤੋ ਇਸ ਤਰੀਕੇ ਦੇ ਨਾਲ
ਮਹਾਰਾਜ ਕਹਿੰਦੇ ਭਾਵੇਂ 9 ਖੰਡਾਂ ਦਾ ਰਾਜਾ ਵੀ ਹੋ ਜਾਏ, ਲੋਭ ਲਾਲਚ ਕਾਰਨ ਜ਼ੁਲਮ ਕਮਾਉਣ ਕਰਕੇ ਅੰਦਰ ਨੂੰ ਪਰਲੋਕ ਨੂੰ ਹਾਰ ਕੇ ਚੱਲਣਾ ਪਏਗਾ। ਸਤਿਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਉਸ ਦੇ ਮੂੰਹ 'ਤੇ ਜਾਬ ਰੱਖਿਆ ਸੀ। ਉਹਨੇ ਰਾਜ ਦੀ ਸਲਾਮਤ ਮੰਗੀ। ਸੱਚੇ ਪਾਤਸ਼ਾਹ ਕਹਿੰਦੇ ਇੰਜ ਗਰੀਬ ਮਾਰ ਕਰਕੇ ਤੂੰ ਰਾਜ ਭਾਗ ਕਾਇਮ ਨਹੀਂ ਕਰ ਸਕਦਾ। ਜਿਨ੍ਹਾਂ ਤੇਰੇ ਨਾਲ ਯੁੱਧ ਕੀਤਾ ਉਹਨਾਂ ਦਾ ਤਾਂ ਤੂੰ ਮੁਕਾਬਲਾ ਕੀਤਾ, ਕੋਈ ਮਾਰਿਆ ਗਿਆ, ਕੋਈ ਬਚ ਗਿਆ, ਪਰ ਇਹ ਵਿਚਾਰੇ ਬੱਚੇ ਬਜ਼ੁਰਗ ਬੀਬੀ ਇਹਨਾਂ ਦਾ ਕੀ ਕਸੂਰ ਹੈ। ਜੇ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਉਹ ਬਾਬਰ ਨੂੰ ਸਮਝ ਆ ਗਈ ਅਤੇ ਫਿਰ ਉਹਨੇ ਗੁਰੂ ਸਾਹਿਬ ਪਾਸੋਂ ਰਾਜ ਭਾਗ ਦਾ ਵਰ ਪਾਇਆ। ਔਰੰਗਜ਼ੇਬ ਨੂੰ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਲਾਹਨਤਾਂ ਪਾਈਆਂ ਨੇ, ਬਿਲਕੁਲ ਸੱਚੇ ਬਚਨ ਲਿਖੇ ਨੇ। ਉਹਨੂੰ ਆਪਣੀਆਂ ਕਰਤੂਤਾਂ ਪੜ੍ਹ ਕੇ ਅਤੇ ਇੰਨਾ ਮਹਿਸੂਸ ਹੋਇਆ ਕਿ ਉਹ ਜ਼ਫਰਨਾਮਾ ਪੜ੍ਹ ਕੇ ਮਾਰੀ ਗਿਆ। ਲੋਕਾਂ ਨੂੰ ਜਿੰਨੀਆਂ ਮਰਜ਼ੀ ਲਾਹਨਤਾਂ ਪਾਓ, ਮਾਫ਼ ਕਰਨਾ। ਰਾਜੇ ਮਹਾਰਾਜਿਆਂ ਨੂੰ ਜਿੰਨਾ ਮਰਜ਼ੀ ਕਹੋ ਮੂੰਹ ਦੇ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਮੰਨਦੇ ਨਹੀਂ, ਕਹਿੰਦੇ ਆਪਾਂ ਤਾਂ ਕੀਤਾ ਹੀ ਨਹੀਂ ਜੀ। ਸਾਫ਼ ਸਪਸ਼ਟ ਸਾਰਿਆਂ ਦੇ ਸਾਹਮਣੇ ਹੈ, ਗਲਤੀ ਨੂੰ ਨਹੀਂ ਮੰਨਣਾ। ਮੈਂ ਤਾਂ ਸਮਝਦਾ ਵੀ ਔਰੰਗਜ਼ੇਬ ਚੰਗਾ ਸੀਗਾ, ਜਿਹੜਾ ਮਹਾਰਾਜ ਦਾ ਜ਼ਫਰਨਾਮਾ ਪੜ੍ਹ ਕੇ ਉਹਨੂੰ ਕਾਲੀਆਂ ਕਰਤੂਤਾਂ ਦੇਖੀਆਂ ਤਾਂ ਸਹੀ ਅਤੇ ਉਹ ਮਰ ਗਿਆ। ਅਤੇ ਸਾਡੀ ਸਿਹਤ 'ਤੇ ਅਸਰ ਹੀ ਕੋਈ ਨਹੀਂ। ਇੰਨੀਆਂ ਮਹਾਰਾਜ ਸੱਚੇ ਪਾਤਸ਼ਾਹ ਲਾਹਨਤਾਂ ਪਾ ਰਹੇ ਨੇ, ਇੰਨਾ ਉਪਦੇਸ਼ ਦੇ ਰਹੇ ਨੇ, ਅਤੇ ਫਿਰ ਵੀ ਆਪਾਂ ਬੁਰੇ ਕੰਮ ਵੱਲੋਂ ਨਹੀਂ ਹਟ ਰਹੇ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਇਆਨਾ। ਅਤੇ ਇਉਂ ਮਹਾਰਾਜ ਕਹਿੰਦੇ ਵੀ ਇਹ ਇਆਣਾ ਅਗਿਆਤ ਜੀਵ ਹੈ, ਜਿਹੜਾ ਪਾਰ ਉਤਾਰੇ ਵਾਸਤੇ ਮਨੁੱਖਾ ਜਨਮ ਮਿਲਿਆ, ਇਹਨੂੰ ਸਮਝਦਾ ਹੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਹੈਰਾਨੀ ਦੀ ਗੱਲ ਹੈ, ਜਦ ਵੀ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹ ਸਿੱਖ ਬਾਣੀ 'ਚ ਹੀ ਦਿਖਦਾ, ਭਾਵੇਂ ਕਿ ਉਹਨੇ ਵੈਸੇ ਪਖੰਡ ਪੂਰਵਕ ਪਾਇਆ ਹੋਵੇ। ਸੋ ਕਿੰਨੀ ਸਾਡੀ ਤਰਾਸਦੀ ਹੈ ਭਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਜੋ ਸਤਿਕਾਰ ਹੈ, ਸੋ ਅਸੀਂ ਖੁਦ ਆਪ ਹੀ ਨਹੀਂ ਕਾਇਮ ਕਰ ਸਕੇ, ਦੂਸਰਿਆਂ ਨੂੰ ਕੀ ਸਮਝਾਉਣਾ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਨਵ ਖੰਡਨ ਕੋ ਰਾਜ ਕਮਾਵੈ, 9 ਖੰਡਾਂ ਦਾ ਭਾਵੇਂ ਰਾਜ ਕਮਾ ਲਵੇ, ਚਲੈ ਕੋ ਹਾਰੇ। ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਅੰਤ ਨੂੰ ਜੀਵ ਆਪਣੀ ਜੀਵਨ ਦੀ ਬਾਜ਼ੀ ਹਾਰ ਕੇ ਪਰਲੋਕ ਨੂੰ ਚਲੇ ਜਾਣਗੇ। ਸੰਸਾਰ ਦੀ ਸ਼ੋਹਰਤ ਤੋਂ ਉਹਨਾਂ ਨੂੰ ਕੁਝ ਮਿਲਣ ਵਾਲਾ ਨਹੀਂ ਹੈ। ਕਬੀਰ ਜੀ ਦਾ ਇਸੇ ਲਈ ਬਚਨ ਹੈ, ਕਬੀਰ ਇਹੋ ਤਨ ਜਾਏਗਾ, ਸਕੋ ਤਾਂ ਲੇਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਇਹ ਸਰੀਰ ਚਲਿਆ ਜਾਏਗਾ, ਜੇ ਮੁੜਦਾ ਤਾਂ ਮੋੜ ਲਓ ਭਾਈ। ਉਹ ਵੀ ਨੰਗੇ ਪੈਰੀਂ ਚਲੇ ਗਏ ਜਿਨ੍ਹਾਂ ਦੇ ਲੱਖਾਂ ਦੇ ਕਰੋੜਾਂ ਸੀਗੇ, ਭਾਵ ਕਿ ਲੱਖਾਂ ਕਰੋੜਾਂ ਸੰਬੰਧੀ ਸੀ, ਜਾਂ ਲੱਖਾਂ ਕਰੋੜਾਂ ਫੌਜਾਂ ਸੀਗੀਆਂ, ਜਾਂ ਹਾਥੀ ਘੋੜੇ, ਜਾਂ ਮਾਇਆ ਧੇਲਾ, ਕੁਛ ਵੀ ਲਾ ਲਓ। 40 ਗਨ ਜੋੜੇ ਨਾ ਰੱਖਿਓ ਈਮਾਨ, देखो रे लोगो कारू होता परेशान, दमड़ा तिसी का जो खर्चे अरखाए, दीवे दिलावे रजावे खुदाए, गुण निधान गुण तिन ही गाए। पर हे भाई शुभ गुणों के खजाने परमेश्वर के गुण उन्होंने पुरखा ने ही गाए ने। जिन्हां दे वाहिगुरु ने अपनी कृपा दृष्टि की है, सो सुखिया ताने उस जन्मा। वो पुरख ब्रह्मानंद रूप सुख नूं प्राप्त करके हमेशा सुखी ने, और उन्हां दा मनुखा जन्म भी धनता दे योग है। नानक तिस बलहारी। सतगुरु जी कथन करदे कि वाहिगुरु दे गुण गाउण वाले पुरखां तों ਅਸੀਂ ਬਲਿਹਾਰ
ਕੁਰਬਾਨ ਜਾਂਦੇ ਆ। ਜਿਹੜੀ ਫਜ਼ੂਲ ਦੀ ਨਿੰਦਿਆ ਚੁਗਲੀ, ਔਗਣਾ ਵਿਕਾਰਾਂ ਨੂੰ, ਝਗੜੇ ਵਾਲੇ ਬਚਨਾਂ ਨੂੰ, ਝਗੜੇ ਵਾਲੀਆਂ ਗੱਲਾਂ ਨੂੰ ਤਿਆਗ ਕੇ, ਹਾਸੇ ਮਖੌਲ ਵਾਲੇ ਚੁਟਕਲੇ ਕਿਸੇ ਕਹਾਣੀਆਂ ਨੂੰ ਤਿਆਗ ਕੇ, ਲੋਭ ਲਾਲਚ ਤੋਂ ਪਰੇ ਹੋ ਕੇ ਇੱਕ ਭਗਤੀ ਭਾਵ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਆ। ਜਿਵੇਂ ਮੀਰਾਂ ਬਾਈ, ਉਹਦੇ ਜੇਠ ਸਕੇ ਨੇ ਉਹਨੂੰ ਜ਼ਹਿਰ ਦਿੱਤੀ ਵੀ ਇਹ ਕ੍ਰਿਸ਼ਨ ਦੀ ਭਗਤ ਨੇ, ਨੱਚਦੀ ਰਹਿੰਦੀ ਹੈ, ਗੁਣ ਗਾਉਂਦੀ ਰਹਿੰਦੀ, ਇਹਨੇ ਸਾਡੀ ਇੱਜ਼ਤ ਦੀ ਕੁੱਲ ਦੀ ਇੱਜ਼ਤ ਖਰਾਬ ਕਰ ਦਿੱਤੀ ਹੈ। ਪਰ ਵੇਖੋ ਉਹਨੇ ਗੁਣ ਗਾਉਂਦਿਆਂ ਕ੍ਰਿਸ਼ਨ ਦਾ ਧਿਆਨ ਧਰ ਕੇ ਜ਼ਹਿਰ ਪੀ ਲਈ ਅਤੇ ਕ੍ਰਿਸ਼ਨ ਦਾ ਰੰਗ ਉਹ ਹੋਰ ਹੀ ਤਰ੍ਹਾਂ ਹੋ ਗਿਆ। ਜਦ ਦਰਸ਼ਨ ਹੋਏ ਕਹਿੰਦੀ ਮਹਾਰਾਜ ਕੈਸਾ ਚਿਹਰਾ, ਕਹਿੰਦੇ ਜਿਹੜੀ ਜ਼ਹਿਰ ਤੋਂ ਪੀਤੀ ਤੂੰ ਮਰੀ ਕਿਉਂ ਨਹੀਂ? ਅਸੀਂ ਉਹਨੂੰ ਧਾਰਨ ਕਰ ਲਿਆ। ਤੋ ਇੰਜ ਸੋ ਜਿਹੜੇ ਗੁਣ ਗਾਉਣ ਵਾਲੇ ਨੇ ਵੇਖੋ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਹਨ। ਤੋ ਐਸੇ ਪ੍ਰੇਮੀਆਂ ਤੋਂ ਬਲਿਹਾਰ ਜਾਈਏ। ਮਹਾਰਾਜ ਕਹਿੰਦੇ ਜਿਹੜੇ ਸੱਚੇ ਸੁੱਚੇ ਦਿਲ ਦੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਨੇ, ਦੁਨੀਆ ਦੀ ਕੋਈ ਪਰਵਾਹ ਨਹੀਂ ਕਰਦੇ। ਦੁਨੀਆ ਦਾ ਤਾਂ ਕੰਮ ਹੀ ਹੈ ਕੁਛ ਨਾ ਕੁਛ ਬੋਲਣਾ ਹੈ। ਜੇ 100 ਬੰਦਾ ਹੋਏਗਾ, 50 ਤੁਹਾਨੂੰ ਚੰਗਾ ਬੋਲਣਗੇ, 50 ਮਾੜਾ ਬੋਲਣਗੇ। ਤੋ ਜੇ ਅਸਰ ਕਰੋਗੇ ਤਾਂ ਫਜ਼ੂਲ ਦੀ ਹਰਜਾ ਖਰਚੀ ਹੈ। ਮਹਾਰਾਜ ਕਹਿੰਦੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ। ਜੇ ਤੁਸੀਂ ਸੱਚਮੁੱਚ ਹੀ ਸੰਤ ਹੋ ਜਾਂ ਸੰਤ ਬਣਨ ਦੀ ਕੋਸ਼ਿਸ਼ ਵਿੱਚ ਹੋ, ਕੋਈ ਚੰਗਾ ਕਹਿੰਦਾ ਉਹਨੂੰ ਵੀ ਸਿਰ ਝੁਕਾ ਕੇ ਨਮਸਕਾਰ ਕਰੋ ਕਿ ਤੇਰਾ ਧੰਨਵਾਦ ਭਾਈ। ਜੇ ਕੋਈ ਮਾੜਾ ਕਹਿੰਦਾ ਉਹਦੀ ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ ਸਮਤ ਬਖਸ਼, ਅਤੇ ਵੈਰ ਉਹਦੇ ਵੀ ਨਾਲ ਵੀ ਨਾ ਕਰੋ। ਮਹਾਰਾਜ ਕਹਿੰਦੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਜਦ ਸਰੀਰ ਹੀ ਗੁਰੂ ਜੀ ਦੇ ਚਰਨਾਂ 'ਚ ਭੇਟਾ ਰੱਖ ਦਿੱਤਾ, ਸਭ ਕੁਛ ਹੀ ਮਹਾਰਾਜ ਨੂੰ ਸਮਰਪਿਤ ਕਰ ਦਿੱਤਾ, ਤਾਂ ਫਿਰ ਕਾਹਦੀ ਪਰਵਾਹ ਹੈ? ਜੋ ਮਰਜ਼ੀ ਪਿਆ ਹੋਵੇ। ਇਉਂ ਜਿਹੜੇ ਗੁਣ ਗਾਉਣ ਵਾਲੇ ਨੇ ਉਹ ਮਹਾਰਾਜ ਦੇ ਨਾਮ ਦੇ ਲਟੂਏ ਹੋ ਕਰਕੇ ਭੌਰੇ ਬਣ ਕੇ ਪਤੰਗੇ ਦੀ ਤਰ੍ਹਾਂ ਆਪਣੇ ਮਿਸ਼ਨ ਦੇ ਵਿੱਚ ਤੁਰੇ ਰਹਿੰਦੇ ਹਨ ਅਤੇ ਚੜ੍ਹਦੀ ਕਲਾ ਦੇ ਵਿੱਚ ਉਹ ਰੱਬ ਵੱਲੋਂ ਸੱਚੇ ਹੋ ਕੇ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਨੇ। ਕਬੀਰ ਜੀ ਦਾ ਬਚਨ ਹੈ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਬੇਦ ਨ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਰਹਾਉ ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਰਹਾਉ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਿਆ ਸਮਾਈ। ਸੋ ਕਬੀਰ ਜੀ ਦਾ ਇਸੇ ਹੀ ਸ਼ਬਦ ਦੇ ਵਿੱਚ ਬਚਨ ਹੈ, ਕਹਿੰਦੇ ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ, ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਤੁਹਾਡੇ ਮਨ ਦੀ ਤਸੱਲੀ ਚਾਹੀਦੀ ਹੈ। ਮਹਾਰਾਜ ਦੇ ਗੁਣ ਗਾਉਣ ਨੂੰ ਸੋ ਮਨ 'ਚ ਉਤਸ਼ਾਹ ਹੋਣਾ ਚਾਹੀਦਾ, ਹਰ ਮਨ ਸ਼ਾਂਤ ਹੋਣਾ ਚਾਹੀਦਾ। ਇਸ ਵਾਸਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨੰਗ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨੰਗ, ਹਉ ਸਦ ਕੁਰਬਾਨੇ ਜਾਉ। ਤੁਹਾਡੇ ਬਾਰੇ ਕੋਈ ਕੀ ਸੋਚਦਾ ਕੀ ਬੋਲਦਾ ਇਹਦੀ ਕੋਈ ਚਿੰਤਾ ਨਹੀਂ ਹੈ। ਸੋ ਮਹਾਰਾਜ ਵੱਲੋਂ ਬੰਦਾ ਸੱਚਾ ਹੋਏ, ਜੋ ਗੁਰਬਾਣੀ ਦੇ ਮੁਤਾਬਕ ਵਾਹਿਗੁਰੂ ਦੇ ਗੁਣ ਹਨ, ਇਹੀ ਗਾਉਣ ਦੀ ਮਰਜ਼ਾਦਾ ਹੈ। ਕਹਿੰਦੇ ਉਹੀ ਪੁਰਸ਼ ਧਨ ਹੈ, ਉਹੀ ਇਸ ਦੁਨੀਆ ਦੇ ਵਿੱਚ ਸੁਖੀ ਹੈ। ਉਹਦਾ ਜਿਹੜਾ ਮਨੁੱਖਾ ਜਨਮ ਹੈ ਉਹ ਵੀ ਧਨਤਾ ਦੇ ਯੋਗ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਮਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਕਥਾ ਵਾਲੇ ਮਹਾਂਪੁਰਖ ਬਾਬੇ ਜਰਨੈਲ ਸਿੰਘ ਜੀ,
ਬਾਬੇ ਕਰਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਕੀਰਤਨ ਵਾਲੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ, ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ ਗੁਰਮੁਖ, ਇਹਨਾਂ ਦੀ ਸੰਬਰ ਦਾ ਖੰਡ ਕੀਰਤਨੀ ਹੈ ਭਾਈ ਰਣਧੀਰ ਸਿੰਘ ਜੀ, ਅਤੇ ਹੋਰ ਜਪੀ ਤਪੀ ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਜੀ ਮਹਾਂਪੁਰਖ, ਸੁਖਮਨੀ ਸਾਹਿਬ ਦਾ ਇੰਨਾ ਪ੍ਰਚਾਰ ਕੀਤਾ ਵੀ ਛੋਟੇ ਛੋਟੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਵੀ ਜ਼ਬਾਨੀ ਯਾਦ ਕਰਾ ਦਿੱਤਾ। ਐਸੇ ਰੱਬ ਦੇ ਪਿਆਰੇ, ਉਹਨਾਂ ਤੋਂ ਬਲਿਹਾਰ ਜਾਈਏ। ਸੋ ਉਹਨਾਂ ਦੀ ਰੀਸ ਜਾਂ ਉਹਨਾਂ ਦੀ ਨਿੰਦਿਆ ਕਰਨ ਦੀ ਬਜਾਏ ਬਲਿਹਾਰ ਜਾਣ ਦਾ ਮਤਲਬ ਕੀ ਹੈ ਵੀ ਨਿਮਰਤਾ ਦੇ ਵਿੱਚ ਅਤੇ ਉਹਨਾਂ ਵਿੱਚੋਂ ਪ੍ਰਮਾਤਮਾ ਦਾ ਸਰੂਪ ਦੇਖੀਏ। ਹਰ ਜਨ ਦੁਇ ਏਕ ਹੈ, ਬੇਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਭੁੱਲ ਚੁੱਕ ਖਿਮਾ ਕਰਨੀ ਜੀ, ਅੱਗੇ ਦੋਸ ਮਤ ਬਖਸ਼ਣੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਤਾਰੀ, ਸੋ ਸੁਖੀਆ ਧਨ ਇਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।